ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋ ਧਰਾ ਪਰ ਪੁੰਨ 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 ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇੱਕ ਦਿਨ ਗੋਇੰਦਵਾਲ ਤੇ ਭੱਲੇ ਕੁਲ ਗੁਰਦਾਸ। ਚੱਲਿਓ ਹੇਤ ਦਰਸ਼ਨ ਗੁਰੂ ਪੁਰ ਮਹਿ ਧਰੇ ਹੁਲਾਸ। ਇੱਕ ਦਿਨ ਗੋਇੰਦਵਾਲ ਤੇ ਭੱਲੇ ਕੁਲ ਗੁਰਦਾਸ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਦੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਅੰਤਰਜਾਮੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜੇ ਹੋਏ ਹੋ। ਗੁਰਬਾਣੀ ਜੀ ਦਾ ਰਸ ਪੀਨਾ ਕੀਰਤਨ ਗੁਰੂ ਸਵਾਰਿਆਂ ਪਾਸੋਂ ਰਾਗੀ ਸਿੰਘਾਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ।
ਸਾਰੀਆਂ ਸੰਗਤਾਂ ਮਨ ਬਿਰਤੀਆਂ ਇਕਾਗਰ ਕਰਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਤੱਖ ਹਰ ਵੱਡੀ ਉਪਮਾ ਦੇ ਮਾਲਕ, ਬਹੁਤ ਵੱਡੀ ਸਮਰੱਥਾ ਦੇ ਮਾਲਕ, ਆਪ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕਥਾ ਆਪ ਜੀ ਪ੍ਰੇਮ ਨਾਲ ਸਰਵਣ ਕਰ ਰਹੇ ਹੋ। ਇਸ ਕਥਾ ਵਿੱਚ ਗੁਰੂ ਸਾਹਿਬ ਜੀ ਦਾ ਜਸ ਭਰਿਆ ਹੋਇਆ, ਗੁਰੂ ਸਾਹਿਬ ਜੀ ਦੀਆਂ ਵਡਿਆਈਆਂ ਦੇ ਨਾਲ ਭਰਪੂਰ ਹੈ ਇਹ ਕਥਾ, ਜਿਹੜੀ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ। ਸੰਗਤ ਜੀ, ਆਪ ਜੀ ਨੇ ਕੱਲ੍ਹ ਸਰਵਣ ਕੀਤਾ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਭਾਈ ਗੁਰਦਾਸ ਜੀ ਆਗਰੇ ਤੋਂ ਸੰਗਤਾਂ ਦੇ ਨਾਲ ਆ ਰਹੇ ਸਨ। ਜਦੋਂ ਗੋਇੰਦਵਾਲ ਸਾਹਿਬ ਆਏ, ਸ਼ਾਮਾਂ ਦਾ ਸਮਾਂ ਹੋਣ ਕਰਕੇ ਦਰਿਆ ਪਾਰ ਕਰਨ ਵਾਸਤੇ ਕੋਈ ਬੇੜੀ ਨਹੀਂ ਲੱਭੀ ਤੇ ਭਾਈ ਸਾਹਿਬ ਚਿੰਤਤ ਸਨ ਵੀ ਸੰਗਤਾਂ ਨਾਲ ਨੇ, ਦਰਿਆ ਪਾਰ ਕਰਨਾ ਫਿਰ ਰਾਤ ਨਹੀਂ ਤੇ ਇੱਥੇ ਰੁਕਣਾ ਪਏਗਾ। ਓਨੇ ਚਿਰ ਨੂੰ ਗੁਰੂ ਜੀ ਦੀ ਬਾਣੀ ਦੀ ਪੰਗਤੀ ਕੰਨਾਂ ਵਿੱਚ ਪੈ ਗਈ। ਬਸ ਉਹ ਐਸੀ ਪੰਗਤੀ ਕੰਨਾਂ 'ਚ ਪਈ, ਭਾਈ ਗੁਰਦਾਸ ਜੀ ਨੇ ਉਸ ਪੰਗਤੀ ਤੋਂ ਸੇਧ ਲੈ ਲਈ ਜੀ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੇ ਜਾਲੇ। ਭਾਵ ਗੁਰੂ ਦਾ ਬਚਨ ਜਿਹਦੇ ਹਿਰਦੇ 'ਚ ਵਸਦਾ, ਉਹਨੂੰ ਪਾਣੀ ਡੋਬ ਨਹੀਂ ਸਕਦਾ, ਅੱਗ ਉਹਨੂੰ ਸਾੜ ਨਹੀਂ ਸਕਦੀ, ਚੋਰ ਚੋਰੀ ਨਹੀਂ ਕਰ ਸਕਦੇ ਜੀ। ਭਾਈ ਗੁਰਦਾਸ ਜੀ ਨੇ ਪ੍ਰੇਰਣਾ ਲਈ ਤੇ ਸੰਗਤਾਂ ਨੂੰ ਆਖਿਆ, ਆਪਾਂ ਗੁਰੂ ਸਾਹਿਬ ਦਾ ਨਾਮ ਲੈ ਕੇ ਗੁਰੂ ਸਾਹਿਬ ਦਾ ਆਸਰਾ ਤੱਕਦੇ ਹੋਏ ਦਰਿਆ ਪਾਰ ਕਰ ਲਈਏ। ਮਹਾਰਾਜ ਦਾ ਆਪਾਂ ਨੂੰ ਹੁਕਮ ਹੈ। ਦਰਿਆ ਠਾਠਾਂ ਮਾਰ ਰਿਹਾ ਸੀ, ਪਰ ਜਦੋਂ ਭਾਈ ਗੁਰਦਾਸ ਜੀ ਗੁਰੂ ਸਾਹਿਬ ਜੀ ਦਾ ਨਾਮ ਧਿਆ ਕੇ ਦਰਿਆ ਦੇ ਵਿੱਚ ਗਏ, ਪਾਣੀ ਗੋਡਿਆਂ ਤੱਕ ਹੋ ਗਿਆ ਜੀ। ਕਈ ਕਿਲੋਮੀਟਰ ਲੰਮਾ ਉਹ ਦਰਿਆ ਸੀਗਾ। ਉਹ ਜਿਹੜਾ ਦਰਿਆ ਸੀਗਾ, ਭਾਈ ਸਾਹਿਬ ਦੇ ਪਿੱਛੇ ਸਾਰੀਆਂ ਸੰਗਤਾਂ ਨੇ ਹੀ ਪਾਰ ਕਰ ਲਿਆ ਜੀ। ਦਰਿਆ ਪਾਰ ਕੀਤਾ। ਬੜੀ ਵੱਡੀ ਸ਼ਕਤੀ ਕਰਾਮਾਤ ਭਾਈ ਗੁਰਦਾਸ ਜੀ ਨੇ ਵਿਖਵਾ ਦਿੱਤੀ ਜੀ। ਇਹ ਗੱਲਾਂ ਉਹ ਕਰ ਸਕਦੇ ਆ ਜਿਨ੍ਹਾਂ ਦੇ ਮਨ ਵਿੱਚ ਗੁਰੂ ਦੀ ਬਾਣੀ ਦੇ ਪ੍ਰਥਾਏ ਭਰੋਸਾ ਹੁੰਦਾ ਹੈ ਜੀ। ਫਿਰ ਤੁਸੀਂ ਸਰਵਣ ਕੀਤਾ, ਜਦੋਂ ਉਹ ਆਏ, ਗੁਰੂ ਅਮਰਦਾਸ ਜੀ ਦੇ ਪਰਿਵਾਰ ਵਿੱਚੋਂ ਬੱਚੇ ਗੱਲਾਂ ਕਰਦੇ ਕਰਦੇ ਕਹਿਣ ਲੱਗੇ, ਜੇ ਗੁਰੂ ਨੂੰ ਭਾਵੇ ਤਾਂ ਇੰਜ ਵੀ ਹੋ ਜਾਂਦਾ ਹੈ। ਭਾਈ ਗੁਰਦਾਸ ਜੀ ਨੂੰ ਬੜਾ ਚੰਗਾ ਲੱਗਾ, ਉਹਨਾਂ ਬੱਚਿਆਂ ਨੂੰ ਮੱਥਾ ਟੇਕਿਆ। ਇੱਕ ਰਾਤ ਗੋਇੰਦਵਾਲ ਸਾਹਿਬ ਰਹੇ। ਅਗਲੇ ਦਿਨ ਸੁਧਾਸਰ ਭਾਵ ਅੰਮ੍ਰਿਤਸਰ ਨੂੰ ਤੁਰੇ। ਰਸਤੇ ਵਿੱਚ ਉਹਨਾਂ ਫੁਰਨਾ ਬਣਾਇਆ ਵੀ ਗੁਰੂ ਬਣਨ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੇ ਮੈਂ ਪਹਿਲੀ ਵਾਰੀ ਦਰਸ਼ਨ ਕਰਨੇ ਆ। ਜੇ ਉਹ ਪੂਰੇ ਨੇ ਤੇ ਬਾਲਕਾਂ ਵਾਲੀ ਗੱਲ ਮੈਨੂੰ ਬੁੱਝ ਕੇ ਦੱਸ ਦੇਣ ਜੀ। ਚਲੋ ਭਾਈ ਗੁਰਦਾਸ ਜੀ ਨੇ ਮਨ 'ਚ ਸ਼ੰਕਾ ਕਰ ਲਿਆ, ਗੁਰੂ ਜੀ ਨੇ ਉਹਨਾਂ ਦਾ ਪੂਰਾ ਕਰਤਾ। ਪਰ ਇੱਕ ਗੱਲ ਚੇਤਾ ਰੱਖਿਓ ਸਾਧ ਸੰਗਤ ਜੀ, ਭੁੱਲ ਕੇ ਵੀ ਗੁਰੂ ਸਾਹਿਬ ਦੇ ਪਰਥਾਏ ਇਹ ਗੱਲ ਨਹੀਂ ਆਪਾਂ ਕਰਨੀ ਵੀ ਜੇ ਗੁਰੂ ਜੀ ਪੂਰੇ ਨੇ ਤੇ ਚੇਤਾ ਰੱਖਿਓ ਗੁਰੂ ਸਾਹਿਬ ਸਦਾ ਹੀ ਪੂਰੇ ਨੇ। ਭਾਈ ਸਾਹਿਬ ਨੇ ਪਹਿਲੀ ਵਾਰੀ ਮਿਲਣਾ ਸੀ, ਚਲੋ ਉਹਨਾਂ ਪਤਿਆ ਲਿਆ ਜੀ, ਸਾਡਾ ਨਹੀਂ ਇਹ ਫਰਜ਼ ਹੈਗਾ ਜੀ। ਜਦੋਂ ਭਾਈ ਸਾਹਿਬ ਸੰਗਤਾਂ ਦੇ ਸਮੇਤ ਪਹੁੰਚੇ, ਮਹਾਰਾਜ ਦੇ ਦਰਸ਼ਨ ਕਰਕੇ ਆਨੰਦਿਤ ਹੋਏ। ਮਹਾਰਾਜ ਕਹਿਣ ਲੱਗੇ, ਭਾਈ ਗੁਰਦਾਸ ਜੀ ਜਦੋਂ ਗੋਇੰਦਵਾਲ ਸਾਹਿਬ ਪ੍ਰਵੇਸ਼ ਕੀਤਾ ਸੀ ਤੇ ਬੱਚਿਆਂ ਨੂੰ ਕਿਉਂ ਮੱਥਾ ਟੇਕਿਆ ਸੀਗਾ? ਉਹ ਯਕੀਨ ਹੋ ਗਿਆ, ਖੁਸ਼ ਹੋ ਗਏ, ਪ੍ਰਸੰਨਤਾ ਦੀ ਹੱਦ ਨਾ ਰਹੀ। ਕਹਿਣ ਲੱਗੇ, ਮਹਾਰਾਜ ਤੁਸੀਂ ਪੂਰੇ ਹੋ ਸੱਚੇ ਪਾਤਸ਼ਾਹ, ਮੈਂ ਤਾਂ ਐਵੇਂ ਹੀ ਫੁਰਨਾ ਬਣਾ ਬੈਠਾ। ਮਹਾਰਾਜ ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਉਹਨਾਂ ਦੇ ਮੂੰਹੋਂ ਸੁਣਿਆ ਸੀ ਵੀ ਜੇ ਗੁਰੂ ਨੂੰ ਭਾਵੇ ਤਾਂ ਇੰਜ ਵੀ ਹੋ ਜਾਂਦਾ। ਮੈਂ ਖੁਸ਼ ਹੋ ਗਿਆ, ਮੈਂ ਮੱਥਾ ਟੇਕ ਦਿੱਤਾ। ਅੱਗੇ ਭਾਈ ਗੁਰਦਾਸ ਜੀ ਨੂੰ ਗੁਰੂ ਸਾਹਿਬ ਨੇ ਆਪਣੇ ਤੋਂ ਦੂਰ ਆਗਰੇ ਭੇਜਿਆ ਸੀ, ਗੁਰੂ ਰਾਮਦਾਸ ਜੀ ਨੇ। ਹੁਣ ਗੁਰੂ ਅਰਜਨ ਸਾਹਿਬ ਨੇ ਹੁਕਮ ਲਾਇਆ, ਭਾਈ ਗੁਰਦਾਸ ਜੀ ਤੁਸੀਂ ਧੰਨ ਹੋ। ਕਹਿਣ ਲੱਗੇ, ਤੁਹਾਡੇ ਮਨ ਵਿੱਚ ਗੁਰੂ ਸਾਹਿਬ ਦੇ ਪਰਥਾਏ ਪਿਆਰ ਹੈ, ਹੁਣ ਤੁਸੀਂ ਸਾਡੇ ਕੋਲ ਹੀ ਰਹਿਣਾ। ਕਹਿਣ ਲੱਗੇ, ਹੋਰ ਬੜੇ ਮਸੰਦ ਹੈਗੇ ਪ੍ਰਚਾਰ ਕਰਨ ਲਈ, ਤੁਸੀਂ ਸਾਡੇ ਕੋਲ ਰਹਿਣਾ ਹੈ। ਕੱਲ੍ਹ ਵੀ ਇੱਕ ਬੇਨਤੀ ਕੀਤੀ ਸੀ, ਚੰਗੇ ਬੰਦੇ ਨੂੰ ਬੰਦਾ ਆਪਣੇ ਕੋਲ ਰੱਖ ਕੇ ਖੁਸ਼ ਹੁੰਦਾ ਹੈ ਜੀ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਨੂੰ ਪਤਾ ਭਾਈ ਗੁਰਦਾਸ ਜੀ ਸੱਚ ਦਾ ਸਾਥ ਦੇਣ ਵਾਲੇ ਨੇ। ਭਾਈ ਗੁਰਦਾਸ ਜੀ ਭਜਨ ਬੰਦਗੀ ਵਾਲੇ ਆ। ਭਾਈ ਗੁਰਦਾਸ ਜੀ ਨੇਕ ਹਨ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਗੁਰਦਾਸ ਜੀ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਆ ਜੀ। ਮਹਾਰਾਜ ਕਹਿਣ ਲੱਗੇ, ਭਾਈ ਗੁਰਦਾਸ ਜੀ ਹੁਣ ਤੁਹਾਡੇ ਜਿਹੜੇ ਭਾਗ ਨੇ ਨਾ ਉਹ ਜਾਗ ਗਏ ਹੈ। ਕਿਵੇਂ ਜਾਗੇ ਸਨ ਇਹ ਵੀ ਕੱਲ੍ਹ ਬੇਨਤੀ ਕੀਤੀ ਸੀ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰੀਏ।
ਕੋਈ ਰਸਨਾ ਮਾਂਝੀ ਨਾਲ ਹੈ। ਪਿਆਰ ਵਿੱਚ ਆਓ ਸਾਰੀਆਂ ਸੰਗਤਾਂ, ਦੋਵੇਂ ਹੱਥ ਜੋੜੋ, ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਧੰਨ ਜੀ ਧੰਨ ਸ੍ਰੀ ਗੁਰੂ ਮਹਾਰਾਜ। ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇੱਕ ਦਿਨ ਗੋਇੰਦਵਾਲ ਤੇ ਭੱਲੇ ਕੁਲ ਗੁਰਦਾਸ। ਭਾਈ ਗੁਰਦਾਸ ਜੀ ਗੁਰੂ ਸਾਹਿਬ ਜੀ ਦਾ ਹੁਕਮ ਲੈ ਕੇ, ਆਗਿਆ ਲੈ ਕੇ ਤੇ ਗੋਇੰਦਵਾਲ ਸਾਹਿਬ ਗਏ ਸਨ ਜੀ। ਮਹਾਰਾਜ ਮੈਂ ਇੱਕ ਵਾਰੀ ਉੱਥੋਂ ਹੋ ਆਵਾਂ। ਮਹਾਰਾਜ ਕਹਿੰਦੇ ਕੋਈ ਨਹੀਂ। ਗੋਇੰਦਵਾਲ ਸਾਹਿਬ ਵਸ ਕੇ ਫਿਰ ਇੱਕ ਦਿਨ ਭਾਈ ਗੁਰਦਾਸ ਜੀ ਨੇ ਆਪਣੇ ਮਨ ਵਿੱਚ ਫੁਰਨਾ ਬਣਾਇਆ। ਚੱਲਿਓ ਹੇਤ ਦਰਸ਼ਨ ਗੁਰੂ, ਉਰਮੈ ਧਰੇ ਹੁਲਾਸ। ਗੋਇੰਦਵਾਲ ਸਾਹਿਬ ਤੋਂ ਭੱਲਿਆਂ ਦੀ ਕੁੱਲ ਦੇ ਭਾਈ ਗੁਰਦਾਸ ਜੀ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਬੜੇ ਹੀ ਚਾਅ ਨਾਲ ਆ ਰਹੇ ਜੀ। ਬੜੇ ਹੀ ਚਾਅ ਨਾਲ ਆ ਰਹੇ। ਕਿਉਂ? ਮਹਾਰਾਜ ਫੁਰਨਾ ਪੜ੍ਹਦੇ ਆ ਨਾ ਜੀ। ਭਾਈ ਗੁਰਦਾਸ ਜੀ ਨੂੰ ਪਤਾ ਲੱਗ ਗਿਆ ਵੀ ਗੁਰੂ ਅਰਜਨ ਦੇਵ ਸਾਹਿਬ ਆਪ ਰੱਬ ਹੀ ਨੇ, ਆਪ ਪਰਮੇਸ਼ਰ ਹਨ। ਭਾਈ ਸਾਹਿਬ ਜੀ ਬੜੇ ਹੀ ਚਾਅ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਨੇ। ਚੌਪਈ ਸ਼੍ਰੀ ਗੁਰੂ ਰਾਮਦਾਸ ਕੇ ਨੰਦ। ਮਨ ਵਿੱਚ ਆਇਆ ਕਿ ਨਾਲੇ ਗੁਰੂ ਰਾਮਦਾਸ ਸਾਹਿਬ ਜੀ ਦੇ ਪੁੱਤਰਾਂ ਦੇ ਦਰਸ਼ਨ ਕਰ ਲਏ ਜਾਣ। ਹਾਂਜੀ। ਆਹ ਤੀਨ ਬੜ ਪ੍ਰਿਥਿਆ ਚੰਦ। ਤਿੰਨ ਮਹਾਰਾਜ ਦੇ ਪੁੱਤਰ ਨੇ। ਵੱਡਾ ਬਾਬਾ ਪ੍ਰਿਥਿਆ ਜੀ ਹੈ, ਮਹਾਦੇਵ ਮਧਮ ਸੁਤਵਾਹ। ਤੇ ਵਿਚਕਾਰਲੇ ਜਿਹੜੇ ਪੁੱਤਰ ਨੇ ਉਹ ਬਾਬਾ ਮਹਾਦੇਵ ਜੀ ਹਨ ਜੀ। ਹਾਂਜੀ। ਦੋਹਨ ਅਨੁਜ ਸ਼੍ਰੀ ਅਰਜਨ ਆਹ। ਤੇ ਦੋਹਾਂ ਭਰਾਵਾਂ ਤੋਂ ਛੋਟੇ ਹਨ ਆਪ ਰੱਬ ਪਰਮੇਸ਼ਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ। ਇਹ ਕੌਣ ਫੁਰਨਾ ਬਣਾ ਰਿਹਾ ਜੀ? ਭਾਈ ਗੁਰਦਾਸ ਜੀ ਬਣਾ ਰਹੇ ਜੀ। ਤੁਰ ਪਏ ਜੀ ਬੜੇ ਚਾਅ ਨਾਲ ਦਰਸ਼ਨ ਕਰਨ ਵਾਸਤੇ। ਤੇ ਰਸਤੇ ਦੇ ਵਿੱਚ ਇਸ ਤਰ੍ਹਾਂ ਆਪਣੇ ਮਨ ਵਿੱਚ ਸੋਚ ਰਹੇ ਹੈ। ਕਿਸ ਬਿਦ ਬਰਤੈ ਆਪਸ ਮਾਹੀ। ਕਹਿੰਦੇ ਨਾਲੇ ਮੈਂ ਵੇਖ ਆਵਾਂ ਕਿ ਤਿੰਨੋਂ ਭਰਾ ਆਪਸ ਵਿੱਚ ਕਿਵੇਂ ਰਹਿੰਦੇ ਨੇ ਜੀ। ਹਾਂਜੀ। ਪ੍ਰਥਮ ਦ્વੈਸ਼ ਸਮ ਕੈ ਅਬ ਨਾਹੀ। ਸਮੇਂ ਦੇ ਨਾਲ ਬੰਦੇ ਦਾ ਦ્વੈਸ਼ ਦੂਰ ਹੋ ਜਾਂਦਾ ਸੰਗਤ ਜੀ। ਕਈ ਵਾਰੀ ਨਾ ਸਮਾਂ ਹੀ ਐਸਾ ਹੁੰਦਾ, ਸਮੇਂ ਦੇ ਨਾਲ ਦ્વੈਸ਼ ਵੱਧ ਜਾਂਦਾ, ਸਮੇਂ ਦੇ ਨਾਲ ਦ્વੈਸ਼ ਈਰਖਾ ਜਿਹੜੀ ਉਹ ਘਟਣ ਲੱਗ ਪੈਂਦੀ ਜੀ। ਭਾਈ ਸਾਹਿਬ ਸੋਚਦੇ ਆ ਕਿ ਸਮੇਂ ਦੇ ਨਾਲ ਬਾਬੇ ਪ੍ਰਿਥੀਏ ਦਾ ਦ્વੈਸ਼ ਈਰਖਾ ਜਿਹੜੀ ਹੈ ਗੁਰੂ ਸਾਹਿਬ ਦੇ ਨਾਲ ਉਹ ਘਟੀ ਹੈ ਕਿ ਨਹੀਂ ਘਟੀ ਜੀ। ਹਾਂਜੀ। ਜਬ ਕੇ ਬੈਠੇ ਗੁਰਤਾ ਗਾਦੀ। ਨਹਿ ਮੈਂ ਕੀਨੋ ਕੁਛ ਸੰਵਾਦੀ। ਜਦੋਂ ਦੇ ਮਹਾਰਾਜ ਗੁਰਤਾ ਗੱਦੀ ਤੇ ਬੈਠੇ, ਮੈਂ ਨਾ ਪ੍ਰਿਥੀਏ ਨੂੰ ਮਿਲਿਆ ਤੇ ਨਾ ਗੁਰੂ ਅਰਜਨ ਸਾਹਿਬ ਨੇ ਇਸ ਬਾਰੇ ਕੋਈ ਗੱਲ ਕੀਤੀ ਹੈ। ਕੈਸੇ ਅਬ ਨਿਭ ਹੈ ਵਿਵਹਾਰ। ਵੇਖ ਕੇ ਆਵਾਂ ਹੁਣ ਦੋਵਾਂ ਦੇ ਵਿੱਚ ਕਿਹੋ ਜਿਹਾ ਵਿਵਹਾਰ ਚੱਲ ਰਿਹਾ ਹੈ, ਕੈਸਾ ਵਿਵਹਾਰ ਚੱਲ ਰਿਹਾ ਹੈ। ਹਾਂਜੀ। ਭਾਈ ਨਵੀਨ ਜਿਨਹੋਂ ਕੀ ਕਾਰ। ਪ੍ਰਥਮ ਇਕੱਤਰ ਹੁਤੋ ਪਰਵਾਰੂ। ਅਬ ਭੇ ਪ੍ਰਿਥਕ ਭਰਾਤ ਰਿਸ ਧਾਰੂ। ਪਹਿਲਾਂ ਤੇ ਪਰਿਵਾਰ ਇਕੱਠਾ ਸੀ, ਪਰ ਗੁਰਤਾ ਗੱਦੀ ਦੀ ਵਡਿਆਈ ਕਰਕੇ ਬਾਬੇ ਪ੍ਰਿਥੀਏ ਨੇ ਈਰਖਾ ਕਰਨੀ ਸ਼ੁਰੂ ਕਰ ਦਿੱਤੀ ਸੀ। ਹੁਣ ਮੈਂ ਵੇਖਾਂ ਹੁਣ ਕਿਹੋ ਜਿਹਾ ਸੁਭਾਅ ਚੱਲ ਰਿਹਾ ਆਪਸ ਵਿੱਚ। ਵੇਖੋ ਸਿਆਣੇ ਬੰਦੇ ਪਰਿਵਾਰ ਦੇ ਜਿਹੜੇ ਹੁੰਦੇ ਆ ਉਹ ਆਪਸ ਵਿੱਚ ਇਹੋ ਜਿਹੀਆਂ ਗੱਲਾਂ ਕਰਦੇ ਆ, ਸੋਚਦੇ ਆ। ਹਾਂਜੀ। ਇਤਿਆਦਿਕ ਗਿਣਤੀ ਕਰ ਚੱਲਿਓ। ਇਸ ਤਰੀਕੇ ਦੀਆਂ ਬੜੀਆਂ ਸੋਚਾਂ ਨੂੰ ਲੈ ਕੇ ਭਾਈ ਗੁਰਦਾਸ ਜੀ ਬੜੇ ਚਾਅ ਦੇ ਨਾਲ ਸੁਦਾਸਰ ਨੂੰ ਤੁਰ ਪਏ ਜੀ। ਰਾਮਦਾਸਪੁਰ ਆਏ ਸੋ ਮਿਲਿਓ। ਤੇ ਕਰਦਿਆਂ ਕਰਦਿਆਂ ਆਪਣੀ ਅਸਵਾਰੀ ਤੇ ਬੈਠ ਕੇ ਉਹ ਅੰਮ੍ਰਿਤਸਰ ਆ ਗਏ ਜੀ। ਸੁਦਾਸਰ ਪਹੁੰਚ ਗਏ ਜੀ।
ਪੂਰਬ ਸ਼੍ਰੀ ਅਰਜਨ ਢਿੱਗ ਆਇਓ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਹੁਣ ਮਿਲਣਾ ਤੇ ਉਹਨਾਂ ਨੂੰ ਹੀ ਨਾ ਜੀ ਜਿਨ੍ਹਾਂ ਦੀ ਵਡਿਆਈ ਵੱਡੀ ਹੈ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆਏ ਜੀ ਚੱਲ ਕੇ। ਜਾਨ ਗੁਰੂ ਪਦ ਸੀਸ ਨਿਵਾਇਓ। ਹੁਣ ਤੇ ਕੋਈ ਸ਼ੰਕਾ ਰਿਹਾ ਹੀ ਨਹੀਂ ਜੀ ਉਹਨਾਂ ਨੂੰ ਜੀ। ਸ਼ੰਕੇ ਤੇ ਕੱਲ ਦੇ ਹੀ ਨਾਸ ਕਰਤੇ ਮਹਾਰਾਜ ਨੇ। ਤੇ ਗੁਰੂ ਸਾਹਿਬ ਨੂੰ ਗੁਰੂ ਜਾਣ ਕੇ, ਵੱਡਿਆਂ ਜਾਣ ਕੇ ਭਾਈ ਗੁਰਦਾਸ ਜੀ ਨੇ ਬੜੇ ਪਿਆਰ ਨਾਲ ਆ ਕੇ ਮੱਥਾ ਟੇਕਿਆ ਜੀ। ਹਾਂਜੀ। ਬੈਠਿਓ ਨਿਕਟ ਕੁਸ਼ਲ ਸਭ ਪੂਛਾ। ਤੇ ਕੋਲ ਬੈਠ ਗਏ ਜੀ, ਨੇੜੇ ਬੈਠ ਗਏ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੁੱਛਦੇ ਆ ਭਾਈ ਗੁਰਦਾਸ ਜੀ ਨੂੰ, ਸਿਹਤ ਠੀਕ ਹੈ, ਰਾਜੀ ਖੁਸ਼ੀ ਹੋ? ਮਹਾਰਾਜ ਜਦੋਂ ਬਚਨ ਕਰਦੇ ਸਨ ਨਾ, ਮਹਾਰਾਜ ਬੜਾ ਹੀ ਮਿੱਠਾ ਬੋਲਦੇ ਸਨ ਜੀ। ਕੋਈ ਢਿੰਦੀ ਕਲਾ ਵਿੱਚ ਵੀ ਹੁੰਦਾ ਸੀ ਨਾ ਜੀ, ਉਹ ਮਹਾਰਾਜ ਦੇ ਬਚਨ ਸੁਣ ਕੇ ਹੀ ਚੜ੍ਹਦੀ ਕਲਾ ਵਿੱਚ ਹੋ ਜਾਂਦਾ ਸੀਗਾ ਜੀ। ਇੰਨਾ ਮਿੱਠਾ ਬੋਲਦੇ ਸਨ ਸਤਿਗੁਰੂ ਜੀ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌਰਾ। ਹਾਂਜੀ। ਕਹਿਓ ਦੋਹਨ ਦਿਸ਼ ਤੇ ਹਿਤ ਸੁਸ਼ਾ। ਸ਼੍ਰੀ ਗੁਰ ਅਮਰਦਾਸ ਪਰਵਾਰੂ। ਹਾਂਜੀ। ਕੁਸ਼ਲ ਸਹਿਤ ਸਭ ਕੀਨ ਉਚਾਰੂ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ ਵੀ ਦੋਹੀਂ ਪਾਸੇ ਸੁੱਖ ਹੈ, ਤੁਸੀਂ ਠੀਕ ਹੋ? ਧੰਨ ਗੁਰੂ ਅਮਰਦਾਸ ਸਾਹਿਬ ਸਾਡੇ ਨਾਨਾ ਗੁਰੂ ਜੀ ਦਾ ਪਰਿਵਾਰ ਕਿਸ ਤਰ੍ਹਾਂ? ਉਹ ਸਭ ਕੁਸ਼ਲ ਹਨ? ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਜੀ ਤੁਹਾਡੀ ਕਿਰਪਾ ਨਾਲ ਸਾਰੇ ਹੀ ਠੀਕ ਨੇ। ਹਾਂਜੀ। ਮੋਹਨ ਦੁਤੀਏ ਮੋਹਰੀ ਚੰਦ, ਸੰਸ ਰਾਮ ਤਿਨ ਪੁੱਤਰ ਆਨੰਦ। ਬਾਬਾ ਮੋਹਨ ਜੀ, ਫਿਰ ਦੂਜੇ ਬਾਬਾ ਮੋਹਰੀ ਜੀ, ਅੱਗੋਂ ਉਹਨਾਂ ਦੇ ਪੁੱਤਰ ਸੰਸ ਰਾਮ ਜੀ, ਬਾਬਾ ਆਨੰਦ ਜੀ। ਹਾਂਜੀ। ਪਤਨੀ ਸਹਿਤ ਰਹਿਤ ਹਰ ਖਾਏ। ਸਾਰੇ ਹੀ ਆਪੋ ਆਪਣੇ ਘਰਾਂ ਵਿੱਚ, ਪਰਿਵਾਰਾਂ ਵਿੱਚ ਸੁਖੀ ਨੇ ਮਹਾਰਾਜ। ਸਾਰੇ ਬੜੇ ਖੁਸ਼ ਨੇ ਮਹਾਰਾਜ, ਸਾਰੇ ਹੀ ਬੜੇ ਆਨੰਦ ਵਿੱਚ ਹਨ। ਕੁਸ਼ਲ ਤੁਮਹਾਰੀ ਚਾਹੇ ਸਮੁਦਾਏ। ਇਹ ਸੱਚੇ ਪਾਤਸ਼ਾਹ ਸਾਰੇ ਮਨੋਂ ਤੁਹਾਡੇ ਨਾਲ ਪਿਆਰ ਕਰਦੇ ਆ ਮਹਾਰਾਜ, ਮਨੋਂ ਪਿਆਰ ਕਰਦੇ ਆ, ਤੁਹਾਡੀ ਕੁਸ਼ਲ ਚਾਹੁੰਦੇ ਆ ਸਾਰੇ। ਕਿਉਂ ਭਾਈ ਗੁਰਦਾਸ ਜੀ ਨੂੰ ਪਤਾ ਵੀ ਥੋੜਾ ਬਹੁਤਾ ਦਵੈਸ਼ ਹੈਗਾ, ਤੇ ਭਾਈ ਗੁਰਦਾਸ ਜੀ ਆਪਣੇ ਵੱਲੋਂ ਬੜੀ ਵਧੀਆ ਭੂਮਿਕਾ ਨਿਭਾਉਂਦੇ ਆ। ਕਹਿੰਦੇ ਮਹਾਰਾਜ ਮਨੋਂ ਸਾਰੇ ਤੁਹਾਡੇ ਨਾਲ ਪਿਆਰ ਕਰਦੇ ਆ। ਹਾਂਜੀ। ਬੈਠਿਓ ਕਿਤਕ ਕਾਲ ਜਬ ਬੀਤਾ। ਜਦੋਂ ਕੁਝ ਸਮਾਂ ਭਾਈ ਗੁਰਦਾਸ ਜੀ ਬੈਠੇ ਰਹੇ, ਗਰੀਬ ਨਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੋਹਣੇ ਦਰਸ਼ਨ ਕਰਦੇ ਰਹੇ ਜੀ। ਹਾਂਜੀ। ਕਰਤ ਵਾਰਤਾ ਕੋ ਇਸ ਰੀਤਾ। ਕੁਝ ਗੱਲਾਂ ਵੀ ਹੁੰਦੀਆਂ ਰਹੀਆਂ ਆਪਸ ਵਿੱਚ ਬੈਠ ਕੇ ਜੀ। ਹਾਂਜੀ। ਬੜੇ ਪਿਆਰ ਵਾਲੇ ਬਚਨ ਹੁੰਦੇ ਰਹੇ ਜੀ ਬੈਠ ਕੇ। ਹਾਂਜੀ। ਤੇ ਸਹੀ ਥਲ ਭੋਜਨ ਲੈ ਆਏ। ਤੇ ਪ੍ਰੇਮੀ ਸਿੱਖ ਉੱਥੇ ਹੀ ਪ੍ਰਸ਼ਾਦਾ ਲੈ ਆਏ ਜੀ। ਜਿੱਥੇ ਮਹਾਰਾਜ ਬੈਠੇ ਆ ਨਾ, ਉੱਥੇ ਪ੍ਰਸ਼ਾਦਾ ਲੈ ਆਏ ਛਕਣ ਵਾਸਤੇ, ਮਹਾਰਾਜ ਵਾਸਤੇ। ਜਹ ਸ਼੍ਰੀ ਅਰਜਨ ਨਰ ਸਮੁਦਾਏ। ਹੋਰ ਸਿੱਖ ਬੈਠੇ ਆ, ਭਾਈ ਗੁਰਦਾਸ ਜੀ ਬੈਠੇ ਹਨ। ਹਾਂਜੀ। ਦੋਏ ਦੋਏ ਚਨਕ ਰੋਟਿਕਾ ਦੀਨਸ। ਤੇ ਸਾਰਿਆਂ ਨੂੰ ਨਾ ਜੀ ਦੋ ਦੋ ਪ੍ਰਸ਼ਾਦੇ ਹੀ ਦਿੱਤੇ ਜੀ ਬਸ ਜੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਗੁਰੂ ਘਰ ਲੰਗਰ ਦੀ ਕਮੀ ਕੋਈ ਨਹੀਂ ਜੀ। ਪਤਾ ਨਹੀਂ ਕਿੰਨਾ ਕੁ ਲੰਗਰ ਹੁੰਦਾ ਜੀ। ਦੋ ਦੋ ਪ੍ਰਸ਼ਾਦੇ ਮਿਲੇ ਤੇ ਉਹ ਵੀ ਕਣਕ ਦੇ ਨਹੀਂ, ਛੋਲਿਆਂ ਦੇ ਆਟੇ ਦੇ ਪ੍ਰਸ਼ਾਦੇ ਦਿੱਤੇ ਜੀ। ਹਾਂਜੀ। ਉਦੋਂ ਕਣਕ ਦਾ ਆਟਾ ਬਹੁਤ ਮਹਿੰਗਾ ਤੇ ਸਾਧ ਸੰਗਤ ਬੜੀ ਖਾਸ ਚੀਜ਼ ਸੀ, ਪਰ ਗੁਰੂ ਘਰ ਵਿੱਚ ਆਮ ਹੀ ਚੀਜ਼ ਸੀਗੀ ਜੀ। ਗੁਰੂ ਘਰ 'ਚ ਕਣਕ ਦਾ ਹੀ ਵਰਤਦਾ ਸੀਗਾ। ਅੱਜ ਕਣਕ ਦਾ ਪ੍ਰਸ਼ਾਦਾ ਵੀ ਨਹੀਂ ਹੈਗਾ ਜੀ। ਛੋਲਿਆਂ ਦਾ ਆਟਾ ਜਿਹੜਾ ਉਹਦਾ ਪ੍ਰਸ਼ਾਦਾ ਬਣਿਆ ਜੀ। ਹਾਂਜੀ। ਵਰਤਤ ਗੁਰੂਦਾਸ ਸੋ ਲੀਨਸ। ਗੁਰੂ ਅਰਜਨ ਸਾਹਿਬ ਜੀ ਨੂੰ ਵੀ ਉਹ ਦੋ ਪ੍ਰਸ਼ਾਦੇ ਦੇ ਦਿੱਤੇ ਜੀ। ਹਾਂਜੀ। ਤੇ ਨਾਲ ਭਾਈ ਗੁਰਦਾਸ ਜੀ ਨੂੰ ਵੀ ਦੋ ਪ੍ਰਸ਼ਾਦੇ ਦਿੱਤੇ। ਕੁਝ ਕੁ ਦੋ ਚਾਰ ਪ੍ਰੇਮੀ ਜਿਹੜੇ ਲਾਗੇ ਬੈਠੇ ਸਨ, ਉਹਨਾਂ ਨੂੰ ਵੀ ਦੋ ਦੋ ਪ੍ਰਸ਼ਾਦੇ ਹੀ ਦਿੱਤੇ ਜੀ ਬਸ ਜੀ। ਹੁਣ ਉਸ ਸਮੇਂ ਸੰਗਤ ਜੀ
7-8 ਪ੍ਰਸ਼ਾਦੇ ਤੇ ਬੰਦਾ ਸਹਿਜ ਸੁਭਾਅ ਛਕ ਜਾਂਦਾ ਸੀਗਾ ਜੀ। ਹਾਂਜੀ। ਅਪਰ ਨਾ ਕੁਛ ਭਾਖੈ ਬੇਕਾਰਨ। ਅੱਛਾ, ਹੋਰ ਨਾਲ ਕੋਈ ਅਚਾਰ ਨਹੀਂ, ਕੋਈ ਸਬਜ਼ਾ ਨਹੀਂ, ਕੁਝ ਵੀ ਨਹੀਂ ਦਿੱਤਾ ਜੀ ਛਕਣ ਵਾਸਤੇ। ਸਿਰਫ 2-2 ਪ੍ਰਸ਼ਾਦੇ ਹੀ ਦਿੱਤੇ ਜੀ ਛਕਣ ਵਾਸਤੇ। ਹਾਂਜੀ। ਖਾਏ ਸੋ ਕੀਨਸ ਬਾਕ ਉਚਾਰਨ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਵੀ ਛਕ ਲਏ, ਭਾਈ ਗੁਰਦਾਸ ਜੀ ਨੇ ਵੀ ਸ਼ਾਂਤ ਰਹਿ ਕੇ ਛਕ ਲਏ ਜੀ। ਛਕ ਛਕਾ ਕੇ ਫਿਰ ਗੱਲ ਆਰੰਭ ਹੋ ਗਈ ਜੀ। ਹਾਂਜੀ। ਦੋਹਰਾ ਸੰਸਾਰੀ ਸੰਬੰਧ ਕੋ ਜੇ ਕਰ ਕਰੋ ਵਿਚਾਰ। ਭਾਈ ਗੁਰਦਾਸ ਜੀ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ, ਜੇ ਮੈਂ ਦੁਨੀਆਦਾਰੀ ਰਿਸ਼ਤੇ ਦੀ ਵਿਚਾਰ ਕਰਾਂ। ਹਾਂਜੀ। ਵੱਡੇ ਥਾਨ ਤੁਮ ਤੇ ਅਹੋਂ ਮਾਤੁਲ ਕਰੋ ਉਚਾਰ। ਤੇ ਫਿਰ ਮਹਾਰਾਜ ਮੈਂ ਦੁਨੀਆਦਾਰੀ ਰਿਸ਼ਤੇ ਵਿੱਚ ਤੁਹਾਡਾ ਮਾਮਾ ਲੱਗਦਾ ਹਾਂ। ਉਂਝ ਨਹੀਂ ਮੈਂ ਗੱਲ ਕਰਨੀ ਸੀ, ਪਰ ਮੈਂ ਜੋ ਅੱਜ ਵੇਖਿਆ ਉਹਦੇ ਹਿਸਾਬ ਨਾਲ ਮੈਂ ਗੱਲ ਕਰ ਰਿਹਾ। ਜੇ ਮੈਂ ਰਿਸ਼ਤੇਦਾਰੀ ਦੀ ਗੱਲ ਕਰਾਂ, ਮੈਂ ਵੱਡੀ ਥਾਂ ਤੇ ਹੈਗਾ ਮਹਾਰਾਜ, ਮੈਂ ਮਾਮਾ ਹੈਗਾ ਤੁਹਾਡਾ। ਹਾਂਜੀ। ਦੁਤੀਏ ਸੰਬੰਧ ਸੁਨੀਜੈ ਜਬ ਕੀ ਗਾਦੀ ਲੀਨ। ਦੂਜਾ ਸੰਬੰਧ ਵੀ ਹੈਗਾ ਸਾਡਾ ਸੱਚੇ ਪਾਤਸ਼ਾਹ, ਜਦੋਂ ਦੇ ਆਪ ਜੀ ਗੁਰਤਾ ਗੱਦੀ ਤੇ ਬੈਠੇ ਹੋ ਮਹਾਰਾਜ। ਭਏ ਪਰਮੇਸ਼ਰ ਰੂਪ ਤੁਮ ਸਭ ਜਗ ਗੁਰੂ ਪਰਬੀਨ। ਸੱਚੇ ਪਾਤਸ਼ਾਹ ਉਦੋਂ ਦੇ ਤੁਸੀਂ ਪਰਮੇਸ਼ਰ ਹੋ ਤੇ ਸਾਡੇ ਵਾਸਤੇ ਮਹਾਰਾਜ ਤੁਸੀਂ ਰੱਬ ਰੂਪ ਗੁਰੂ ਹੋ ਮਹਾਰਾਜ। 2 ਰਿਸ਼ਤੇ ਨੇ ਮੇਰੇ ਤੁਹਾਡੇ, ਇੱਕ ਮਾਮੇ ਵਾਲਾ, ਇੱਕ ਸਿੱਖ ਵਾਲਾ ਜੀ। ਸੰਗਤ ਜੀ ਬੜੀ ਵੱਡੀ ਗੱਲ ਹੈ, ਰਿਸ਼ਤੇਦਾਰੀ ਵਿੱਚ ਵੀ ਵੱਡੇ ਹੋਣਾ ਪਰ ਨੀਵੇਂ ਬਣ ਕੇ ਰਹਿਣਾ ਜੀ। ਉਮਰ ਵਿੱਚ ਵੀ ਵੱਡੇ ਹੋਣਾ ਤਾਂ ਵੀ ਨੀਵੇਂ ਬਣ ਕੇ ਰਹਿਣਾ ਜੀ। ਚੌਪਈ ਇਸ ਵਿਦ ਮੈਂ ਹੋ ਸਿੱਖ ਤੁਮਾਰੋ। ਸੱਚੇ ਪਾਤਸ਼ਾਹ ਜੇ ਤੇ ਗੁਰਤਾ ਗੱਦੀ ਵਾਲੀ ਗੱਲ ਕਰੀਏ, ਉਸ ਹਿਸਾਬ ਨਾਲ ਤੇ ਮੈਂ ਆਪ ਜੀ ਦਾ ਸਿੱਖ ਹਾਂ। ਬੰਦਨੀਏ ਸਭ ਕੇ ਹਿਤ ਧਾਰੋ। ਤੁਸੀਂ ਮਹਾਰਾਜ ਸਾਰਿਆਂ ਦੇ ਬੰਦਨੀਏ ਹੋ, ਸਤਿਕਾਰਯੋਗ ਹੋ, ਪੂਜਨੀਕ ਹੋ। ਸਾਰੇ ਤੁਹਾਨੂੰ ਮੱਥਾ ਟੇਕਦੇ, ਨਮਸਕਾਰਾਂ ਕਰਦੇ ਨੇ। ਚਿਰੰਕਾਲ ਬੀਤੇ ਮੈਂ ਆਇਓ। ਪਰ ਮੈਂ ਕੁਝ ਸਮਾਂ ਲੰਘ ਗਿਆ, ਲੰਮੇ ਸਮੇਂ ਤੋਂ ਬਾਅਦ ਤੁਹਾਡੇ ਕੋਲ ਅੱਜ ਆਇਆ ਮਹਾਰਾਜ। ਪੂਰਬ ਹੀ ਮਿਲਿਓ ਇਹ ਭਇਓ। ਤੇ ਇਸ ਤਰੀਕੇ ਨਾਲ ਤਾਂ ਫਿਰ ਪਹਿਲਾਂ ਹੀ ਮੇਲਾ ਹੋਇਆ, ਜਿਵੇਂ ਅੱਜ ਮੇਲਾ ਹੋਇਆ। ਅੱਗੇ ਆਇਆ ਸਾਂ ਸੰਗਤ ਨਾਲ, ਹੁਣ ਕੱਲਾ ਆਇਆ। ਇਸ ਤਰੀਕੇ ਨਾਲ ਮੇਰਾ ਤੁਹਾਡੇ ਨਾਲ ਪਹਿਲਾ ਮੇਲਾ ਹੈਗਾ। ਹਾਂਜੀ। ਭਗਨੀ ਸੁਤ ਅਰ ਗੁਰੂ ਉਦਾਰਾ। ਹੁਣ ਤੁਸੀਂ ਮੇਰੇ ਭਾਣਜੇ ਵੀ ਹੋ ਤੇ ਮੇਰੇ ਗੁਰੂ ਵੀ ਹੋ ਮਹਾਰਾਜ। ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ 2 ਰਿਸ਼ਤੇ ਨੇ ਮਹਾਰਾਜ। ਆਪ ਮੇਰੇ ਭਾਣਜੇ ਵੀ ਹੋ ਤੇ ਆਪ ਮੇਰੇ ਸਤਿਗੁਰੂ ਵੀ ਹੋ। ਮੈਂ ਮਾਤੁਲ ਅਰ ਸਿੱਖ ਤੁਮਹਾਰਾ। ਭਾਵ ਮੈਂ ਤੁਹਾਡਾ ਮਾਮਾ ਵੀ ਹੈਗਾ ਤੇ ਤੁਹਾਡਾ ਸਿੱਖ ਵੀ ਹੈਗਾ ਮਹਾਰਾਜ। ਹਾਂਜੀ। ਕਾਰਨ ਇਤੇ ਹੁਤੋ ਮਨ ਚੀਨੋ। ਇਹ 2 ਕਾਰਨ ਤੁਸੀਂ ਆਪਣੇ ਮਨ ਵਿੱਚ ਰੱਖੋ ਮਹਾਰਾਜ। ਹਾਂਜੀ। ਤਉ ਨਾ ਸਾਦਰ ਭੋਜਨ ਦੀਨੋ। ਤੇ ਤਾਂ ਮੈਂ ਪੁੱਛਣ ਲੱਗਾ ਮਹਾਰਾਜ, ਬੜੇ ਚਿਰ ਬਾਅਦ ਆਇਆ ਤੇ ਪ੍ਰਸ਼ਾਦਾ ਅੱਜ ਕਿਸ ਤਰ੍ਹਾਂ ਦਾ ਦਿੱਤਾ? ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਵੇਖੋ ਪਹਿਲਾਂ ਉਹਨਾਂ ਦੱਸਤਾ ਵੀ ਮੈਂ ਪੁੱਛ ਸਕਦਾ ਮਹਾਰਾਜ, ਦੁਨੀਆਦਾਰੀ ਤੌਰ ਤੇ, ਸਿੱਖ ਦੇ ਤੌਰ ਤੇ ਨਹੀਂ ਪੁੱਛ ਸਕਦਾ। ਤੇ ਦੁੱਖ ਸੀ ਨਾ ਜੀ ਉਹਨਾਂ ਦੇ ਮਨ 'ਚ। ਕਹਿਣ ਲੱਗੇ ਮਹਾਰਾਜ ਅੱਜ ਪ੍ਰਸ਼ਾਦਾ ਕੈਸਾ ਦਿੱਤਾ? ਸ਼੍ਰੀ ਅਰਜਨ ਸੁਨ ਕੇ ਮੁਸਕਾਏ। ਤੇ ਜਦੋਂ ਗੁਰੂ ਅਰਜਨ ਸਾਹਿਬ ਨੇ ਗੱਲ ਸੁਣੀ ਨਾ ਕਿ ਭਾਈ ਸਾਹਿਬ ਗੱਲ 'ਚ ਬੜੇ ਸਿਆਣੇ ਨੇ, ਮਹਾਰਾਜ ਮੁਸਕਰਾ ਪਏ ਸੱਚੇ ਪਾਤਸ਼ਾਹ। ਕਹਿਓ ਕਿ ਪਰਾ ਰਬਦ ਜਸ ਖਾਏ। ਵਾਹਿਗੁਰੂ। ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ ਮਹਾਰਾਜ ਦੀ ਨਿਮਰਤਾ। ਸੱਚੇ ਪਾਤਸ਼ਾਹ ਵਿੱਚ ਬਹੁਤ ਨਿਮਰਤਾ ਹੈ, ਬਹੁਤ ਨਿਮਰਤਾ ਹੈ। ਇਸੇ ਕਰਕੇ ਗੁਰੂ ਅਰਜਨ ਸਾਹਿਬ ਜੀ ਨੂੰ ਨਾ ਨਿਮਰਤਾ ਦੇ ਪੁੰਜ ਕਿਹਾ ਜਾਂਦਾ ਹੈ, ਸ਼ਾਂਤੀ ਦੇ ਪੁੰਜ ਕਿਹਾ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਜੋ ਪਰਾਰਬਧ ਹੈ ਨਾ ਉਹੀ ਛਕ ਰਹੇ ਆ।
ਪ੍ਰਾਰਬਧ ਕੀ ਹੁੰਦੀ ਹੈ? ਸਾਧ ਸੰਗਤ ਦੀ ਕੀਤੇ ਹੋਏ ਕਰਮਾਂ ਦੇ ਅਨੁਸਾਰ ਜੋ ਬੰਦੇ ਨੂੰ ਪ੍ਰਾਪਤ ਹੁੰਦਾ ਹੈ ਨਾ, ਉਹਨੂੰ ਪ੍ਰਾਰਬਧ ਕਹਿੰਦੇ ਆ। ਤੇ ਤੁਸੀਂ ਇੱਕ ਗੱਲ ਸੋਚੋ ਵੀ ਗੁਰੂ ਅਰਜਨ ਸਾਹਿਬ ਤੇ ਰੱਬ ਨੇ ਉਹਨਾਂ ਦੇ ਕਾਹਦੇ ਕਰਮ ਹੈਗੇ ਆ? ਪਰ ਮਹਾਰਾਜ ਨਿਮਰਤਾ ਰੱਖਦੇ ਆ, ਕਹਿੰਦੇ ਆ ਜਿਹੜੀ ਸਾਡੀ ਪ੍ਰਾਰਬਧ ਹੈ ਨਾ, ਅਸੀਂ ਉਸ ਅਨੁਸਾਰ ਹੀ ਛਕ ਰਹੇ ਹਾਂ। ਭਾਵ ਕਰਮਾਂ 'ਚ ਹੀ ਇਹ ਹੈ ਸਾਰਾ ਕੁਝ ਜੀ। ਦੇਖੋ ਕਿੰਨੀ ਨਿਮਰਤਾ ਮਹਾਰਾਜ ਵਿੱਚ ਜੀ। ਤੋਰ ਹਦੂਰ ਸਬਨ ਇਹ ਲਿਓ। ਮਹਾਰਾਜ ਕਹਿਣ ਲੱਗੇ ਵੀ ਤੁਹਾਡੇ ਸਾਹਮਣੇ ਸਭ ਨੇ ਇਹ ਛਕਿਆ। ਹਾਂਜੀ, ਕਿਸੂ ਨਾ ਛਪਕੈ ਭੋਜਨ ਕਾਇਓ। ਕਿਸੇ ਨੇ ਲੁਕ ਕੇ ਥੋੜੀ ਭੋਜਨ ਕੀਤਾ ਜੀ। ਭਾਵ ਕਿ ਸਬਜ਼ੀ ਵੀ ਨਹੀਂ ਮਿਲੀ ਜੀ ਛਕਣ ਵਾਸਤੇ ਨਾਲ ਜੀ, ਕੇਵਲ 2-2 ਪ੍ਰਸ਼ਾਦੇ ਜੀ। ਮਹਾਰਾਜ ਕਹਿੰਦੇ ਕਿਸੇ ਨੇ ਲੁਕ ਕੇ ਥੋੜੀ ਛਕਿਆ, ਅਸੀਂ ਵੀ ਤੁਹਾਡੇ ਸਾਹਮਣੇ ਛਕਿਆ। ਹਾਂਜੀ, ਜੇਕਰ ਚਾਹਤ ਅਧਿਕ ਪਹੁਨਾਈ। ਮਹਾਰਾਜ ਕਹਿੰਦੇ ਜੇ ਤੇ ਪ੍ਰਾਹੁਣਾਚਾਰੀ ਚਾਹੁੰਦੇ ਆ ਵੀ ਮੈਂ ਪ੍ਰਾਹੁਣਾ ਆਇਆ। ਹਾਂਜੀ, ਅੰਤਰ ਸਥਿਤ ਪਠਾਵਤ ਮਾਈ। ਅੰਦਰ ਮਾਤਾ ਬੈਠੀ ਉਹਦੇ ਕੋਲ ਭੇਜ ਦਿੰਦੇ ਆ, ਮਾਤਾ ਭਾਨੀ ਜੀ। ਹਾਂਜੀ, ਨਿਜ ਕਰ ਦੇਗ ਸਕਲ ਵਰਤਾਵੈ ਹੈ। ਉਹ ਆਪਣੇ ਹੱਥਾਂ ਨਾਲ ਵਰਤਾਵਾ ਭੇਜਦੇ ਆ। ਹਾਂਜੀ, ਪਾਹਨ ਹਿਤ ਸੋ ਅਸਨ ਸੁਹਾਵੈ। ਤੇ ਪਾਹਨ ਹਿਤ ਸੋ ਅਸਨ ਪੁਚਾਵੈ। ਆਈਆਂ ਸੰਗਤਾਂ ਵਾਸਤੇ ਵੀ ਉਹ ਪ੍ਰਸ਼ਾਦਾ ਭੇਜਦੇ ਆ। ਹਾਂਜੀ, ਹਮਰੀ ਮਾਤਾ ਭਗਨ ਤੁਮਾਰੀ। ਨਾਲੇ ਮਹਾਰਾਜ ਵੀ ਫਿਰ ਅੱਗੋਂ ਪੂਰਨ ਨੇ ਨਾ, ਸੱਚੇ ਪਾਤਸ਼ਾਹ ਕਹਿਣ ਲੱਗੇ ਨਾਲੇ ਤੁਹਾਡੇ ਤੋਂ ਕਾਹਦਾ ਓਲ ਹੈ? ਸਾਡੀ ਮਾਤਾ ਤੁਹਾਡੀ ਭੈਣ ਹੈ ਕਹਿਣ ਲੱਗੇ। ਹਾਂਜੀ, ਮਿਲਹੋ ਜਾਏ ਕਰ ਕਰੋ ਉਚਾਰੀ। ਤੇ ਜਾ ਕੇ ਆਪਣੀ ਭੈਣ ਨੂੰ ਹੀ ਪੁੱਛ ਲੋ ਕਹਿਣ ਲੱਗੇ। ਪ੍ਰਸ਼ਾਦਾ ਇਸ ਤਰ੍ਹਾਂ ਦਾ ਕਿਉਂ ਹੈਗਾ? ਆਪਣੀ ਭੈਣ ਨੂੰ ਪੁੱਛ ਲੋ ਕਹਿਣ ਲੱਗੇ। ਇਮ ਸੁਨ ਸ਼੍ਰੀ ਅਰਜਨ ਕੇ ਪਾਸ। ਹਾਥ ਪਖਾਰੇ ਤਬ ਗੁਰਦਾਸ। ਤੇ ਭਾਈ ਗੁਰਦਾਸ ਜੀ ਦੇ ਉਹਨਾਂ ਚਿਰ ਨੂੰ ਹੱਥ ਸੁੱਚੇ ਕਰਾਤੇ। ਤੇ ਮਹਾਰਾਜ ਨੇ ਕਿਹਾ ਵੀ ਜਾਓ ਆਪਣੀ ਭੈਣ ਨੂੰ ਪੁੱਛ ਲਓ, ਭਾਵ ਸਾਡੇ ਮਾਤਾ ਜੀ ਨੂੰ ਪੁੱਛ ਲਓ। ਹਾਂਜੀ, ਚੁਰਾ ਕਰਿਓ ਉਠ ਅੰਤਰ ਗਇਓ। ਭਾਈ ਗੁਰਦਾਸ ਜੀ ਨੇ ਛਕ ਕੇ ਚੁੜਾ ਕੀਤਾ ਤੇ ਫਿਰ ਅੰਦਰ ਗਏ ਜੀ, ਜਿੱਥੇ ਮਾਤਾ ਜੀ ਬੈਠੇ ਆ, ਮਾਤਾ ਭਾਨੀ ਜੀ। ਇਹ ਕੌਣ ਹੈ? ਇਹ ਗੁਰੂ ਅਮਰਦਾਸ ਸਾਹਿਬ ਜੀ ਦੀ ਧੀ, ਗੁਰੂ ਰਾਮਦਾਸ ਸਾਹਿਬ ਜੀ ਦੀ ਪਤਨੀ ਤੇ ਜਗਤ ਗੁਰੂ ਗੁਰੂ ਅਰਜਨ ਸਾਹਿਬ ਜੀ ਦੀ ਮਾਤਾ ਜੀ ਹਨ ਜੀ। ਉਹਨਾਂ ਦੇ ਕੋਲ ਚਲੇ ਗਏ ਜੀ। ਦੇਖੀ ਸੁਸਾ ਪ੍ਰਣਾਮ ਸੋ ਕਾਇਓ। ਤੇ ਸਾਧ ਸੰਗਤ ਆਪਣੀ ਭੈਣ ਨੂੰ ਦੇਖਿਆ ਤੇ ਭਾਈ ਗੁਰਦਾਸ ਜੀ ਨੇ ਆਪਣੀ ਭੈਣ ਨੂੰ ਵੇਖ ਕੇ ਨਮਸਕਾਰ ਕੀਤੀ। ਵਿਰਲੇ ਭਰਾ ਚ ਜਿਹੜੇ ਭੈਣਾਂ ਨੂੰ ਮੱਥਾ ਟੇਕਦੇ ਜੀ। ਭੈਣ ਨੂੰ ਵੇਖ ਕੇ ਨਮਸਕਾਰ ਕੀਤੀ ਜੀ। ਹਾਂਜੀ, ਬੈਠੀ ਭਾਨੀ ਦੇਗ ਸਥਾਨਾ। ਤੇ ਮਾਤਾ ਭਾਨੀ ਜੀ, ਹਾਂਜੀ, ਉਹ ਦੇਗ ਸਥਾਨ ਤੇ ਜਿੱਥੇ ਲੰਗਰ ਪੱਕਦਾ ਨਾ ਜੀ, ਉੱਥੇ ਬੈਠੇ ਹੋਏ ਆ ਜੀ। ਹਾਂਜੀ, ਆਵੋ ਭਰਾਤਾ ਥਿਰੋ ਬਖਾਨਾ। ਤੇ ਮਾਤਾ ਜੀ ਕਹਿਣ ਲੱਗੇ ਆਓ ਭਰਾ ਜੀ ਬੈਠ ਜਾਓ ਕਹਿਣ ਲੱਗੇ, ਆਓ ਬੈਠੋ। ਮੋਹਨ ਅਪਰ ਮੋਹਰੀ ਜੋਈ। ਸਹਿਤ ਕੁਟੰਬ ਕੁਸ਼ਲ ਹੈ ਦੋਈ। ਤੇ ਪੁੱਛਿਆ ਵੀ ਬਾਬਾ ਮੋਹਨ ਜੀ, ਮੋਹਰੀ ਜੀ, ਉਹ ਰਾਜੀ ਖੁਸ਼ੀ ਨੇ? ਉਹਨਾਂ ਦਾ ਕੀ ਹਾਲ ਹੈ? ਠੀਕ ਠਾਕ ਨੇ? ਹਾਂਜੀ, ਤੁਮ ਚਿਰ ਮਹਿ ਚੱਲ ਕਰ ਇਤ ਆਏ। ਤੇ ਮਾਤਾ ਜੀ ਨਾਲ ਹੀ ਕਹਿਣ ਲੱਗੇ ਬੜਾ ਸਮਾਂ ਲਾਤਾ, ਇੱਧਰ ਆਉਣ ਲੱਗੇ ਆ। ਹਾਂਜੀ, ਸੁਧ ਨਹਿ ਲਈ ਨਾ ਆਪਨ ਸੁਨਾਏ। ਨਾ ਕੋਈ ਸਾਡੀ ਸੁਧ ਲਈ ਤੇ ਨਾ ਆਪਣੇ ਬਾਰੇ ਹੀ ਕੁਝ ਆ ਕੇ ਦੱਸਿਆ। ਹੁਣ ਇਹੋ ਜਿਹੀਆਂ ਗੱਲਾਂ ਕਿੱਥੋਂ ਕਰਦੇ ਸਾਧ ਸੰਗਤ ਜੀ? ਜਿੱਥੇ ਬੜਾ ਪਿਆਰ ਹੋਵੇ ਉੱਥੇ ਗੱਲਾਂ ਹੁੰਦੀਆਂ, ਨਹੀਂ ਤੇ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਹੀ ਹੈਗੀ ਆ ਬਸ ਜੀ। ਹਾਂਜੀ, ਸ਼੍ਰੀ ਅਰਜਨ ਪਿਤ ਬੈਕੁੰਠ ਬਾਸੇ। ਤਬ ਤੇ ਹਮ ਇਸ ਪੁਰੀ ਨਿਵਾਸੇ। ਤੇ ਨਾਲ ਮਾਤਾ ਜੀ ਕਹਿਣ ਲੱਗੇ ਜਦੋਂ ਦੇ ਗੁਰੂ ਅਰਜਨ ਸਾਹਿਬ ਜੀ ਦੇ ਪਿਤਾ ਜੀ, ਮਹਾਰਾਜ ਦਾ ਨਾਮ ਨਹੀਂ ਨਾ ਜੀ ਲੈਂਦੇ ਜੀ। ਸਿਆਣੀਆਂ ਪਤਨੀਆਂ ਆਪਣੇ ਘਰ ਵਾਲਿਆਂ ਦਾ ਨਾਮ ਨਹੀਂ ਲੈਂਦੀਆਂ ਜੀ। ਕਹਿਣ ਲੱਗੇ ਜਦੋਂ ਦੇ ਮਹਾਰਾਜ ਦੇ ਪਿਤਾ ਜੀ ਸੱਚਖੰਡ ਨੂੰ ਚਲੇ ਗਏ ਆ ਨਾ, ਉਦੋਂ ਦੇ ਅਸੀਂ ਅੰਮ੍ਰਿਤਸਰ ਹੀ ਆ ਗਏ ਆ ਪੱਕੇ, ਸੁਦਾਸਰ ਆ ਗਏ ਆ।
ਹਾਂਜੀ। ਨਿਤਾ ਪ੍ਰਤੀ ਮਿਲ ਭੋਜਨ ਕੇਰਾ ਹੇਤ ਆਨੰਦ ਸਦੀਵ ਵਡੇਰਾ। ਮਹਾਰਾਜ ਮਾਤਾ ਜੀ ਕਹਿਣ ਲੱਗੇ ਰੋਜ਼ ਰੋਜ਼ ਜਦੋਂ ਮਿਲੋਗੇ ਇੱਥੇ ਰਹੋਗੇ ਤੇ ਸਾਡੇ ਮਨ 'ਚ ਵੀ ਆਨੰਦ ਬਣਿਆ ਰਹੇਗਾ। ਤੇ ਤੁਸੀਂ ਤੇ ਆਏ ਬੜੇ ਚਿਰ ਬਾਅਦ ਹੋ ਸਾਡੇ ਕੋਲ। ਹਾਂਜੀ। ਅਬ ਕਬ ਕਬ ਤਿਨ ਕੀ ਸੁਧ ਹੋਏ ਈਸ਼ਰ ਰਚੀ ਹੋਤ ਹੈ ਸੋਏ। ਤੇ ਨਾਲੇ ਕਹਿਣ ਲੱਗੇ ਪਹਿਲਾਂ ਬਾਬਾ ਮੋਹਨ ਜੀ ਬਾਬਾ ਮੋਹਰੀ ਜੀ ਉਹਨਾਂ ਨੂੰ ਰੋਜ਼ ਮਿਲੀਦਾ ਸੀ, ਹੁਣ ਉਹਨਾਂ ਬਾਰੇ ਵੀ ਕਦੀ ਕਦੀ ਪਤਾ ਲੱਗਦਾ ਸਾਨੂੰ। ਹਾਂਜੀ। ਸੁਨ ਕੈ ਕੁਸ਼ਲ ਕਹੀ ਗੁਰਦਾਸ। ਭਾਈ ਗੁਰਦਾਸ ਜੀ ਸੁਣ ਕੇ ਕਹਿਣ ਲੱਗੇ ਆਪਣੀ ਭੈਣ ਨੂੰ ਵੀ ਬੀਬੀ ਜੀ ਸਭ ਠੀਕ ਹੈ। ਕਹਿਣ ਲੱਗੇ ਮੋਹਨ ਜੀ ਮੋਹਰੀ ਜੀ ਸਭ ਠੀਕ ਨੇ। ਸਭ ਆਨੰਦ ਜੁਤ ਆਪਨ ਨਿਵਾਸ। ਸਾਰੇ ਆਪੋ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਨੇ। ਕਹਿਣ ਲੱਗੇ ਆਨੰਦ ਵਿੱਚ ਨੇ। ਮੋਹੇ ਮਿਲੇ ਕੋ ਭਾ ਚਿਰਕਾਲ। ਕਹਿੰਦੇ ਮੈਨੂੰ ਉਹਨਾਂ ਨੂੰ ਮਿਲਿਆ ਵੀ ਚਿਰ ਹੋ ਗਿਆ ਹੈ। ਹਾਂਜੀ। ਸ਼੍ਰੀ ਗੁਰ ਪੀਛੇ ਜਿਮ ਅਹਵਾਲ ਹਾਂਜੀ। ਹੇਰਨ ਹੇਤ ਆਵਨੋ ਭਇਓ। ਤੇ ਮੈਂ ਤੇ ਆਇਆ ਸਾਂ ਇੱਥੇ ਹਾਲ ਵੇਖਣ ਵੀ ਗੁਰੂ ਸਾਹਿਬ ਦੇ ਗੁਰੂ ਰਾਮਦਾਸ ਸਾਹਿਬ ਜੀ ਤੋਂ ਪਿੱਛੋਂ ਗੁਜ਼ਾਰਾ ਸਾਰਿਆਂ ਦਾ ਕਿਵੇਂ ਚੱਲ ਰਿਹਾ। ਮੈਂ ਤਾਂ ਆਇਆ ਸਾਂ ਇੱਥੇ ਹਾਲ ਚਾਲ ਵੇਖਣ ਵਾਸਤੇ। ਹਾਂਜੀ। ਮਿਲਿਓ ਆਏ ਕਰ ਉਰ ਬਿਸਮਇਓ। ਪਰ ਜਦੋਂ ਮੈਂ ਆ ਕੇ ਮਿਲਿਆ ਮੈਂ ਤੇ ਹੈਰਾਨ ਹੀ ਹੋ ਗਿਆ ਭੈਣ। ਮੈਂ ਤੇ ਹੈਰਾਨ ਹੋ ਗਿਆ ਆ ਕੇ। ਭਲਿਆਨ ਕੀ ਕੁਲ ਮੈਂ ਉਪਜਾਈ। ਤੁਸੀਂ ਭੱਲਿਆਂ ਦੀ ਕੁੱਲ 'ਚ ਪੈਦਾ ਹੋਏ ਹੋ। ਹਾਂਜੀ। ਯਾਂਤੀ ਹਮਰੀ ਭਗਨ ਲਗਾਈ। ਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਧੀ ਤੇ ਗੁਰੂ ਅਮਰਦਾਸ ਸਾਹਿਬ ਮੇਰੇ ਚਾਚਾ ਜੀ। ਤੂੰ ਤੇ ਮੇਰੀ ਭੈਣ ਹੈ, ਸਖੀ ਹੈ। ਸਖੀ ਇੱਕ ਹਿਸਾਬ ਦੀ ਕੋਈ ਬਹੁਤਾ ਦੂਰ ਦਾ ਥੋੜੀ ਰਿਸ਼ਤਾ ਜੀ ਹੈ। ਹਾਂਜੀ। ਸ਼੍ਰੀ ਗੁਰੂ ਰਾਮਦਾਸ ਸੰਗ ਨਾਤਾ। ਗੁਰੂ ਸਾਹਿਬ ਦੀ ਤੁਸੀਂ ਧੀ ਤੇ ਗੁਰੂ ਸਾਹਿਬ ਦੀ ਅੱਗੋਂ ਪਤਨੀ ਬਣੇ ਜੀ ਗੁਰੂ ਰਾਮਦਾਸ ਸਾਹਿਬ ਜੀ ਦੀ। ਹਾਂਜੀ। ਵਿਆਹੀ ਤੇ ਹੋਈ ਜਗ ਮਾਤਾ। ਤੇ ਜਦੋਂ ਪਹਿਲਾਂ ਸੀ ਗੁਰੂ ਧੀ ਫਿਰ ਤੁਸੀਂ ਜਗਤ ਦੇ ਮਾਤਾ ਬਣ ਗਏ ਜਦੋਂ ਗੁਰੂ ਰਾਮਦਾਸ ਜੀ ਨਾਲ ਵਿਆਹੇ ਗਏ। ਹਾਂਜੀ। ਮਾਨਨੀਏ ਹਮਕੋ ਸਭ ਭਾਂਤੀ। ਤੁਸੀਂ ਹਰ ਤਰ੍ਹਾਂ ਦੇ ਨਾਲ ਸਾਡੇ ਵਾਸਤੇ ਸਤਿਕਾਰਯੋਗ ਹੋ ਭੈਣ ਜੀ। ਤੁਸੀਂ ਪੂਜਨੀਕ ਹੋ ਸਾਡੇ ਵਾਸਤੇ। ਵੱਡ ਭਾਗਨ ਜਗ ਮਹਿ ਬਖਿਆਤੀ। ਤੁਹਾਡੇ ਤੋਂ ਵੱਡਾ ਭਾਗਾਂ ਵਾਲੀ ਕਿਹੜੀ ਇਸਤਰੀ ਹੈਗੀ। ਕਹਿਣ ਲੱਗੇ ਸਾਰਾ ਜੱਗ ਤੁਹਾਨੂੰ ਵੱਡਿਆਂ ਭਾਗਾਂ ਵਾਲੀ ਕਹਿੰਦਾ। ਪਾਹੁਨਚਾਰੀ ਮੈਂ ਚੱਲ ਆਇਓ ਚਣਕ ਰੋਟਿਕਾ ਭੋਜਨ ਖਵਾਇਓ। ਪਰ ਮੈਂ ਇਹ ਕੀ ਵੇਖ ਰਿਹਾ। ਕਹਿੰਦੇ ਮੈਂ ਪ੍ਰਾਹੁਣਾ ਆਇਆ ਤੇ ਛੋਲਿਆਂ ਦਾ ਪ੍ਰਸ਼ਾਦਾ ਦੇਣ ਦੇ ਛੋਲਿਆਂ ਦੇ ਆਟੇ ਦਾ। ਇਹ ਕੀ ਚੱਕਰ ਹੈਗਾ। ਕਹਿੰਦੇ ਹਾਂਜੀ। ਤੁਮਰੇ ਘਰ ਮਹਿ ਵੱਡ ਵਡਿਆਈ। ਤੁਹਾਡੇ ਘਰ ਵਿੱਚ ਇੰਨੀ ਵੱਡੀ ਵਡਿਆਈ ਹੈ ਜਿਹੜੀ ਕਹੀ ਨਹੀਂ ਜਾ ਸਕਦੀ ਜੀ। ਹਾਂਜੀ। ਗਾਦੀ ਮਿਲੀ ਜਗਤ ਗੁਰਿਆਈ। ਜਗਤ ਦੀ ਗੁਰਤਾ ਗੱਦੀ ਤੁਹਾਡੇ ਘਰ 'ਚ ਹੈਗੀ। ਕਹਿਣ ਲੱਗੇ ਅੱਗੋਂ ਤੁਹਾਡੇ ਪੁੱਤਰ ਜੀ ਗੁਰੂ ਨੇ। ਹਾਂਜੀ। ਤਾਊ ਨਾ ਬਨ ਹੈ ਆਹਾਰ ਚੰਗੇਰਾ। ਫੇਰ ਵੀ ਭੋਜਨ ਚੰਗਾ ਨਹੀਂ, ਕੋਈ ਸਬਜ਼ੀ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਇਹ ਨਹੀਂ ਵੀ ਭਾਈ ਗੁਰਦਾਸ ਜੀ ਚਸਕਾਲੂ ਨੇ। ਗੱਲ ਤੇ ਗੁਰੂ ਦੀਆਂ ਸੰਗਤਾਂ ਦੀ ਹੈਗੀ ਨਾ ਜੀ। ਘੱਟੋ ਘੱਟ ਨਹੀਂ ਦਾਲ ਹੀ ਬਣ ਜੇ, ਪਰ ਅੱਜ ਤੇ ਦਾਲ ਵੀ ਨਹੀਂ ਹੈਗੀ। ਹਾਂਜੀ। ਕਹਾਂ ਹਾਲ ਹੋਇਓ ਘਰ ਕੇਰਾ। ਇਹ ਕੀ ਹਾਲ ਬਣ ਗਿਆ। ਇੰਨਾ ਢਿੱਲਾ ਪੈਰਾ ਹੋ ਗਿਆ। ਹਾਂਜੀ। ਜਹ ਭੋਜਨ ਕੀ ਚਿੰਤਾ ਰਹੈ ਧਨ ਸੰਗ੍ਰਹਿ ਕੋ ਕਿਸ ਵਿਦ ਲਹੈ। ਤੇ ਜਹ ਭੋਜਨ ਕੀ ਚਿੰਤਾ ਰਹੈ ਧਨ ਸੰਗ੍ਰਹਿ ਕੋ ਕਿਸ ਵਿਦ ਲਹੈ। ਅੱਗੇ ਪੜੋ। ਕਿਆ ਕਾਰਨ ਇਸ ਵਿਖੇ ਬਤਾਵੋ। ਵੀ ਇੱਥੇ ਭੋਜਨ ਦੀ ਚਿੰਤਾ ਹੋ ਗਈ ਹੈ। ਇਹਦਾ ਕੀ ਕਾਰਨ ਹੋ ਗਿਆ। ਇੰਨਾ ਪ੍ਰਸ਼ਾਦਾ ਢਿੱਲਾ ਹੋ ਗਿਆ। ਹਾਂਜੀ। ਦਾਰਿਦ ਮਹਿਦ ਕਸ਼ਟ ਕੋ ਪਾਵੋ। ਇੰਜ ਲੱਗਦਾ ਜਿਵੇਂ ਕਸ਼ਟ ਹੈਗਾ। ਤੁਹਾਡਾ ਚਿਹਰਾ ਦੱਸ ਰਿਹਾ ਭੈਣ ਜੀ ਕੋਈ ਨਾ ਕੋਈ ਗੱਲ ਹੈਗੀ ਹੈ। ਆਵਤ ਸੰਗਤ ਜਗਤ ਮਝਾਰੀ ਚਾਰੋਂ ਦਿਸ਼ ਮੈਂ ਬੜੀ ਤੁਮਾਰੀ। ਸੰਗਤ ਚਾਰੇ ਪਾਸਿਓਂ ਆਉਂਦੀ ਹੈ, ਇੰਨੀ ਵੱਡੀ ਗਿਣਤੀ ਵਿੱਚ ਆਉਂਦੀ ਹੈ।
ਹਾਂਜੀ, ਤਿਹ ਕੀ ਆਮਦਨੀ ਕਿਤ ਜਾਤ। ਇੰਨੀ ਸੰਗਤ ਆਉਂਦੀ, ਇੰਨਾ ਚੜਾਵਾ ਚੜਦਾ, ਮਾਇਆ ਕਿੱਥੇ ਜਾਂਦੀ ਹੈ? ਪੁੱਛਿਆ ਜੀ। ਮਾਇਆ ਤੇ ਆਉਂਦੀ ਹੈ ਸੰਗਤ ਜਦੋਂ ਆਵੇ, ਇੰਨੀ ਮਾਇਆ ਕਿੱਥੇ ਜਾਂਦੀ ਹੈ? ਸੰਗ੍ਰਹਿ ਕਰੋ ਕਿਤਹਿ ਕਿਨਹਿ ਬਖੈ ਤੁਮ ਖਾਤ। ਕਹਿਣ ਲੱਗੇ ਫਿਰ ਪੜੋ। ਸੰਗ੍ਰਹਿ ਕਰੋ ਕਿਨਹਿ ਤੁਮ ਖਾਤ। ਤੁਸੀਂ ਇਕੱਠੀ ਕਰ ਰਹੇ ਹੋ ਜਾਂ ਕੋਈ ਹੋਰ ਹੀ ਛਕੀ ਜਾਂਦੇ ਆ ਮਾਇਆ? ਹਾਂਜੀ। ਤਉ ਪਰਾਹੁਨ ਚਾਰੀ ਆਏ ਤਿਸ ਕੋ ਤੋ ਦਿਓ ਨੀਕੇ ਖਵਾਏ। ਪਰ ਫਿਰ ਵੀ ਕਹਿਣ ਲੱਗੇ ਤੁਸੀਂ ਮਾਇਆ ਇਕੱਠੀ ਕਰਨ ਲੱਗ ਪਏ। ਹੱਸ ਕੇ ਕਿਹਾ, ਪ੍ਰਾਹੁਣਿਆਂ ਨੂੰ ਤੇ ਚੰਗਾ ਛਕਾ ਦੇਣਾ ਸੀ। ਗੱਜ ਕੇ ਆਖੋ ਵਾਹਿਗੁਰੂ। ਪਿਆਰ ਚ ਆਖਿਆ ਜੀ। ਹਾਂਜੀ। ਕੈ ਮਮ ਸੰਗ ਸਭ ਕੇ ਸੰਗ ਕਰੋ ਅਸ ਆਹਾਰ ਕੋ ਆਗੈ ਧਰੋ। ਤੇ ਅੱਗੋਂ ਫਿਰ ਕਹਿਣ ਲੱਗੇ, ਕਹਿੰਦੇ ਕੈ ਮਮ ਸਮ ਸਭ ਕੇ ਸੰਗ ਕਰੋ, ਜਾਂ ਮੇਰੇ ਵਾਂਗੂ ਸਾਰਿਆਂ ਨਾਲ ਹੀ ਕਰਦੇ, ਸਾਰਿਆਂ ਨੂੰ ਚੌਲਾਂ ਦੀਆਂ ਰੋਟੀਆਂ ਮਿਲਦੀਆਂ, ਵਾਹਿਗੁਰੂ ਛੋਲਿਆਂ ਦਾ ਪ੍ਰਸ਼ਾਦਾ। ਆਸ ਆਹਾਰ ਕੋ ਆਗੈ ਧਰੋ, ਇਹੋ ਜਿਹਾ ਹੀ ਭੋਜਨ ਛਕਾ ਰਹੇ ਹੋ ਸਭ ਨੂੰ। ਗੁਰੂ ਨਾਨਕ ਸਾਹਿਬ ਦੇ ਲੰਗਰ ਦੀਆਂ ਤੇ ਰੀਸਾਂ ਨਹੀਂ ਕੋਈ ਹੈਗੀਆਂ ਜੀ। ਗੁਰੂ ਅਮਰਦਾਸ ਜੀ ਕਿੰਨੇ ਪਦਾਰਥ ਛਕਾਉਂਦੇ ਸੀ ਸੰਗਤ ਨੂੰ ਜੀ। ਸ਼੍ਰੀ ਗੁਰ ਅਮਰਦਾਸ ਕੀ ਤਨੀਆਂ ਸੁਨ ਕਰ ਭਾਨੀ ਬਾਣੀ ਭਨੀਆਂ। ਤੇ ਸੁਣ ਕੇ ਅੱਗੋਂ ਫਿਰ ਬੀਬੀ ਭਾਨੀ ਜੀ, ਕਿਉਂ ਭੈਣ ਨੇ ਗੁਰੂ ਭਾਈ ਗੁਰਦਾਸ ਜੀ ਦੇ, ਆਪਣੇ ਭਰਾ ਜੀ ਨੂੰ ਕਹਿਣ ਲੱਗੇ ਜੀ। ਹਾਂਜੀ। ਸੁਨਹੁ ਭਰਾਤ ਭੋਜਨ ਅਸ ਖਾਵਤ ਕਹੂੰ ਸਮੈ ਇਹ ਭੀ ਨਹਿ ਖਾਵਤ। ਵਾਹਿਗੁਰੂ ਵਾਹਿਗੁਰੂ ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਭਰਾ ਜੀ ਸੁਣੋ, ਅੱਜ ਤੇ ਇਹੋ ਜਿਹਾ ਪ੍ਰਸ਼ਾਦਾ ਮਿਲ ਗਿਆ ਨਾ, ਕਈ ਕਈ ਦਿਨ ਤੇ ਇਹ ਵੀ ਨਹੀਂ ਮਿਲਦਾ ਸਾਨੂੰ। ਦੇਖੋ ਕਿਹੋ ਜਿਹਾ ਸਮਾਂ ਹੈ। ਹਾਂਜੀ। ਸਦਨ ਪਿਤਾ ਕੇ ਪੂਜਾ ਆਏ ਜੋ ਇੱਕ ਦਿਨ ਮੈਂ ਲੀਜਹਿ ਖਾਏ। ਤੇ ਪੂਜਾ ਆਉਂਦੀ ਹੈ, ਜਿੰਨਾ ਕੁ ਮਿਲ ਜਾਂਦਾ ਅਸੀਂ ਉਹਨਾਂ ਕੁ ਛਕ ਲੈਂਦੇ ਹਾਂ। ਹਾਂਜੀ। ਸੰਜਮ ਭੂਖਨ ਬਸਤਰਨ ਕੇਰਾ ਜਿਉ ਤਬ ਹੋਤ ਸਰਬ ਤੈ ਹੇਰਾ। ਕਹਿਣ ਲੱਗੇ ਜਦੋਂ ਮੈਂ ਆਪਣੇ ਪਿਤਾ ਦੇ ਘਰ ਸਨ, ਗੁਰੂ ਅਮਰਦਾਸ ਜੀ ਦੇ ਕੋਲ, ਮਾਇਆ ਬੜੀ ਆਉਂਦੀ ਸੀ ਤੇ ਮਹਾਰਾਜ ਲੰਗਰ ਛਕਾਈ ਜਾਂਦੇ ਸੀ ਸਾਰਿਆਂ ਨੂੰ। ਸਾਨੂੰ ਭੋਜਨ ਗਹਿਣੇ ਇਹਨਾਂ ਚੀਜ਼ਾਂ ਦੀ ਮਨਾਹੀ ਸੀ। ਵਾਹਿਗੁਰੂ ਸਾਨੂੰ ਕੱਪੜਿਆਂ ਦੀ, ਗਹਿਣਿਆਂ ਦੀ ਵੀ ਸਾਦੇ ਹੀ ਰੱਖਣੇ ਆ, ਟੌਰ ਨਹੀਂ ਕੱਢਣੀ। ਪਰ ਲੰਗਰ ਦੀ ਕੋਈ ਮਨਾਹੀ ਨਹੀਂ ਸੀ, ਲੰਗਰ ਵਧੀਆ ਹੁੰਦਾ ਸੀਗਾ। ਹਾਂਜੀ। ਤਾਊ ਦੇਗ ਮਹਿ ਘਾਟੋ ਨਾਹੇ। ਸਾਨੂੰ ਸਾਦਗੀ 'ਚ ਰਹਿਣ ਦੀ ਜਾਚ ਹੈ, ਆਦਤ ਹੈ, ਪਰ ਲੰਗਰ 'ਚ ਕੋਈ ਘਾਟਾ ਨਹੀਂ ਸੀ ਹੁੰਦਾ ਕਹਿੰਦੇ। ਹਾਂਜੀ। ਆਵਹਿ ਤਿਤੋ ਜਿਤਕ ਸਭ ਖਾਏ। ਇੱਕ ਦਿਨ 'ਚ ਖੂਬ ਮਾਇਆ ਆਉਂਦੀ ਸੀ, ਉਹਦਾ ਖੂਬ ਲੰਗਰ ਚੱਲਦਾ ਸੀ। ਜਿੰਨਾ ਆਉਂਦਾ ਸੀ ਸਾਰੇ ਛਕਦੇ ਸਨ। ਹਾਂਜੀ। ਬਚਿਓ ਰਹਿਤ ਸੋ ਪਸ਼ੁਨ ਖਵਾਏ ਵੇ। ਇੰਨਾ ਜ਼ਿਆਦਾ ਬਣਦਾ ਸੀ ਵੀ ਬਚ ਜਾਂਦਾ ਸੀਗਾ ਜੀ, ਤੇ ਬਚਿਆ ਹੋਇਆ ਪਸ਼ੂਆਂ ਨੂੰ ਖਵਾਉਣਾ ਪੈਂਦਾ ਸੀਗਾ ਜੀ। ਤਿਸ ਤੇ ਬਚੈ ਸੋ ਨਦੀ ਬਹਾਵੈ। ਤੇ ਬੀਬੀ ਭਾਨੀ ਜੀ ਭਾਵ ਮਾਤਾ ਜੀ ਇਹ ਗੱਲ ਕਹਿ ਰਹੇ ਆ, ਕਹਿੰਦੇ ਜਦੋਂ ਪਸ਼ੂ ਵੀ ਥੱਕ ਜਾਂਦੇ ਸਨ ਨਾ ਛਕ ਛਕਾ ਕੇ, ਤੇ ਸਾਨੂੰ ਦਰਿਆ ਵਿੱਚ ਪਾਉਣਾ ਪੈਂਦਾ ਸੀਗਾ, ਦਰਿਆਈ ਜੀਵਾਂ ਵਾਸਤੇ। ਪੁੰਨ ਸ਼੍ਰੀ ਅਰਜਨ ਕੇ ਪਿਤ ਹੋਏ। ਫਿਰ ਗੁਰੂ ਅਰਜਨ ਸਾਹਿਬ ਜੀ ਦੇ ਪਿਤਾ ਜੀ ਗੁਰਤਾ ਗੱਦੀ ਤੇ ਬਹਿ ਗਏ। ਪੂਜਤ ਚੌਂ ਦਿਸ਼ ਤੇ ਸਭ ਕੋਏ। ਉਹਨਾਂ ਦੀ ਬੜੀ ਪੂਜਾ, ਚਾਰੇ ਪਾਸਿਓਂ ਜੈ ਜੈਕਾਰਾਂ ਰਹੀਆਂ ਨੇ। ਹੁਤੋ ਇਕੱਤਰ ਸਕਲ ਪਰਿਵਾਰੂ। ਸਾਰਾ ਪਰਿਵਾਰ ਇਕੱਠਾ ਸੀ। ਹਾਂਜੀ। ਚੱਲਿਓ ਜਾਤ ਆਸ਼ੋ ਵਿਵਹਾਰੂ। ਬੜਾ ਵਧੀਆ ਵਿਵਹਾਰ ਚੱਲ ਰਿਹਾ ਸੀ, ਬੜੀਆਂ ਬਰਕਤਾਂ ਸਨ, ਬੜੀਆਂ ਰੌਣਕਾਂ ਸਨ। ਤਿੰਨ ਪਾਸ਼ੇ ਇਹ ਭਰਾਤਾ ਤੀਨ। ਹੁਣ ਇਹ ਤਿੰਨ ਭਰਾ ਨੇ ਅੱਗੋਂ ਕਹਿਣ ਲੱਗੇ। ਹਾਂਜੀ। ਭਏ ਵਿਰੋਧੀ ਮਨ ਰਿਸ ਲੀਨ। ਗੱਜ ਕੇ ਆਖੋ। ਗੁਰੂ ਅਰਜਨ ਸਾਹਿਬ ਉਮਰ 'ਚ ਛੋਟੇ ਨੇ, ਉਹ ਤਾਂ ਨਹੀਂ ਕਿਸੇ ਨਾਲ ਵਿਰੋਧ ਕਰਦੇ, ਪਰ ਵੱਡਾ ਬੜਾ ਵਿਰੋਧ ਕਰਦਾ ਕਹਿੰਦੇ।
ਹਾਂਜੀ ਸ਼੍ਰੀ ਅਰਜਨ ਕੋ ਲਾਗੂ ਇਹ ਜਾਣੈ। ਉਹ ਪਤਾ ਕੀ ਕਹਿੰਦਾ ਹੈ ਵੀ ਇਹ ਤਾਂ ਛੋਟਾ ਹੈਗਾ ਜੀ, ਕੱਲ ਦੀਆਂ ਗੱਲਾਂ ਨੇ, ਮੈਂ ਵੱਡਾ ਹਾਂ ਜੀ। ਬਿਗਨ ਅਨੇਕ ਭਾਂਤ ਕੈ ਠਾਨੇ। ਤੇ ਰੁਕਾਵਟਾਂ ਪਾਉਂਦਾ ਹੀ ਰਹਿੰਦਾ, ਕਿਸੇ ਨਾ ਕਿਸੇ ਤਰ੍ਹਾਂ ਦੀਆਂ ਰੁਕਾਵਟਾਂ ਪਾਉਂਦਾ ਹੀ ਰਹਿੰਦਾ ਬਾਬਾ ਪ੍ਰਿਥੀਆ। ਸੋਢੀ ਕੁਲ ਮਹਿ ਗੁਰਤਾ ਰਾਖੀ, ਨਹਿ ਜਾਣੈ ਇਮ ਧਨ ਅਭਿਲਾਖੀ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਉਹਨੂੰ ਇਹ ਨਹੀਂ ਪਤਾ, ਉਹਨੂੰ ਤੇ ਮਾਇਆ ਚਾਹੀਦੀ ਹੈ, ਆਪਣੀ ਵਡਿਆਈ ਚਾਹੀਦੀ, ਮਾਇਆ ਚਾਹੀਦੀ ਹੈ। ਹਾਂਜੀ ਆਗਿਆ ਮਹਿ ਦੋਨੋਂ ਨਹਿ ਰਹੈ, ਪਿਤਾ ਜਾਨ ਉਚਤਾ ਕੋ ਚਹੈ। ਤੇ ਆਗਿਆ ਚ ਦੋਵੇਂ ਹੀ ਨਹੀਂ ਰਹੇ, ਬਾਬਾ ਮਹਾਦੇਵ ਜੀ, ਬਾਬਾ ਪ੍ਰਿਥੀਆ ਜੀ। ਤੇ ਵਡਿਆਈ ਚਾਹੁੰਦੇ ਆ, ਗੁਰੂ ਰਾਮਦਾਸ ਦੀ ਵਾਲੀ ਕਹਿੰਦੇ ਤਿਨ ਕੇ ਸਮ ਸ਼੍ਰੀ ਅਰਜਨ ਕਰਤਾ। ਪਰ ਕਹਿਣ ਲੱਗੇ ਮੇਰੇ ਛੋਟੇ ਪੁੱਤਰ ਨੇ ਆਗਿਆ ਮੰਨਣ ਦੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ। ਬੜੀ ਆਗਿਆ ਮੰਨੀ, ਜੋ ਮਹਾਰਾਜ ਨੇ ਕਹਿਣਾ ਉਹ ਮੰਨ ਲੈਣਾ, ਜੋ ਮਹਾਰਾਜ ਨੇ ਕਹਿਣਾ ਉਹ ਮੰਨ ਲੈਣਾ। ਤੇ ਫਿਰ ਉਹਨਾਂ ਵਾਂਗੂ ਫਿਰ ਗੁਰੂ ਅਰਜਨ ਸਾਹਿਬ ਦੀ ਵਡਿਆਈ ਹੋਈ ਦੀ, ਆਪਣੇ ਪਿਤਾ ਜੀ ਵਾਂਗੂ। ਲੈ ਕਰ ਜਾਤ ਅਪਰ ਕੋ ਗੁਰਤਾ, ਸੇਵਕ ਕੀ ਇਹ ਵਸਤਸ ਦੀਵਾ। ਕਰ ਦਾਵਾ ਕੋ ਗੁਰੂ ਨਾ ਥੀਵਾ। ਕਹਿਣ ਲੱਗੇ ਇਹ ਤਾਂ ਸੇਵਕ ਦੀ ਵਸਤੂ ਹੈਗੀ ਹੈ, ਜਿਹੜਾ ਸੇਵਕ ਬਣ ਕੇ ਰਹੇਗਾ ਉਹਨੂੰ ਇਹ ਵਸਤੂ ਮਿਲਣੀ ਹੈ। ਜਿਹੜਾ ਦਾਵਾ ਕਰੇ ਵੀ ਮੈਂ ਵੱਡਾ ਪੋਤੇ ਆ, ਮੈਨੂੰ ਮਿਲਣੀ ਚਾਹੀਦੀ ਹੈ। ਤੇ ਮਾਂ ਚ ਪਰ ਮਾਂ ਕਹਿ ਰਹੀ ਵੀ ਇਹ ਇਦਾਂ ਥੋੜੀ ਹੁੰਦਾ ਵੀ ਵੱਡਾ ਪੁੱਤ ਹੈ ਤੇ ਵੱਡੇ ਨੂੰ ਗੁਰੂ ਬਣਾ ਦੇਣਾ। ਹਾਂਜੀ ਜਾਂ ਤੇ ਸ਼੍ਰੀ ਅਰਜਨ ਹਿਤ ਸਾਜਾ, ਰਾਖ ਲਈ ਸੋਢੀ ਕੁਲ ਲਾਜਾ। ਭਾਣਾ ਮੰਨਣ ਵਿੱਚ, ਆਗਿਆ ਮੰਨਣ ਵਿੱਚ ਮੇਰੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੇ ਹੱਦਾਂ ਪਾਰ ਕਰ ਦਿੱਤੀਆਂ। ਇਸ ਕਰਕੇ ਸੋਢੀਆਂ ਦੀ ਲਾਜ ਰੱਖੀ ਇਹਨਾਂ ਨੇ। ਮੋਰ ਮਨੋਰਥ ਪੂਰਨ ਕੀਨ। ਮੇਰਾ ਮਨੋਰਥ ਪੂਰਨ ਕਰਤਾ ਵੀ ਗੱਦੀ ਸੋਢੀਆਂ ਚ ਰਹਿੰਦੀ ਰਵੇ। ਜੇ ਵੱਡੇ ਵੱਡੇ ਵਰਗੇ ਹੁੰਦੇ ਫਿਰ ਗੱਦੀ ਕਿਸੇ ਨੂੰ ਨਹੀਂ ਮਿਲਣੀ ਜੀ, ਕਿਉਂ ਸੇਵਕ ਨੂੰ ਦੇਣੀ ਨਾ ਮਹਾਰਾਜ ਨੇ। ਮਮ ਪਿਤ ਬਚਨ ਸਾਚ ਕਰ ਦੀਨ, ਜਾਂਤੇ ਧਨ ਧਨ ਲਗੂ ਸੁਤ ਕੋ। ਗੱਜ ਕੇ ਆਖੋ ਵਾਹਿਗੁਰੂ। ਵੇਖ ਲੋ ਮਾਤਾ ਜੀ, ਆਪ ਆਪਣੇ ਪੁੱਤਰ, ਛੋਟੇ ਪੁੱਤਰ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ, ਜਿਹੜੇ ਵੱਡੇ ਨੇ ਉਹਨਾਂ ਨੂੰ ਧੰਨ ਕਹਿ ਰਹੀ। ਕਹਿੰਦੇ ਭਰਾਵਾ ਇਸ ਕਰਕੇ ਮੇਰਾ ਛੋਟਾ ਪੁੱਤਰ ਧੰਨ ਹੀ ਹੈ। ਕਹਿਣ ਲੱਗੇ ਤੁਸੀਂ ਵੀ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਜਾਂ ਤੇ ਧੰਨ ਧੰਨ ਲਗ ਸੁਤ ਕੋ, ਇਸ ਕਰਕੇ ਮੇਰਾ ਛੋਟਾ ਪੁੱਤਰ ਧੰਨ ਹੈ। ਕਹਿਣ ਲੱਗੇ ਹਾਂਜੀ ਕੀਓ ਪ੍ਰਸੰਨ ਸੇਵ ਕਰ ਪਿਤ ਕੋ। ਇੰਨੀ ਸੇਵਾ ਕੀਤੀ, ਆਪਣੇ ਪਿਤਾ ਨੂੰ ਖੁਸ਼ ਕਰ ਲਿਆ ਉਹਨਾਂ ਨੇ। ਹਾਂਜੀ ਜਾਨ ਨਾ ਦਈ ਕਹੂੰ ਗੁਰ ਆਈ। ਗੁਰਤਾ ਗੱਦੀ ਉਹਨਾਂ ਨਹੀਂ ਕਿਤੇ ਜਾਣ ਦਿੱਤੀ, ਜੇ ਇਹਨਾਂ ਦੇ ਹੱਥ 'ਚ ਰਹਿੰਦੀ ਕਦੀ ਨਹੀਂ ਸੀ ਘਰ 'ਚ ਰਹਿਣੀ। ਹਾਂਜੀ ਰਾਖੀ ਆਪਣੇ ਸਦਨ ਟਿਕਾਈ, ਅਬ ਚਿਤ ਸ਼ਾਂਤ ਬੈਠ ਇਹ ਰਹੈ। ਕਹਿੰਦੇ ਹੁਣ ਅੱਗੋਂ ਸੁਣ ਲਾ ਪ੍ਰਸ਼ਾਦੇ ਵਾਲੀ ਗੱਲ। ਅਬ ਚਿਤ ਸ਼ਾਂਤ ਬੈਠ ਇਹ ਰਹੈ। ਹੁਣ ਭਾਵੇਂ ਗੁਰਦਾ ਗੱਦੀ ਇਹਨਾਂ ਨੂੰ ਮਿਲ ਗਈ, ਪਰ ਰਹਿੰਦੇ ਸ਼ਾਂਤੀ ਨੇ, ਬੈਠੇ ਰਹਿੰਦੇ ਆ, ਰੱਬ ਦੇ ਗੁਣ ਗਾਉਂਦੇ ਰਹਿੰਦੇ ਆ ਤੇ ਸ਼ਾਂਤ ਰਹਿੰਦੇ ਆ। ਹਾਂਜੀ ਉਦਮ ਕਰਹਿ ਨਾ ਸੁਨਹਿ ਨਾ ਕਹੈ। ਨਾ ਤੇ ਕੋਈ ਉਦਮ ਕਰਦੇ ਆ। ਹਾਂਜੀ ਉਦਮ ਕਰਦੇ ਵਾਹਿਗੁਰੂ ਦੇ ਨਾਮ ਦਾ ਸਭ ਤੋਂ ਉੱਤਮ, ਪਰ ਮਾਤਾ ਜੀ ਸੰਸਾਰੀ ਗੱਲ ਕਰ ਰਹੇ ਨੇ। ਤੇ ਸੁਣਹਿ ਨਾ ਕਹੈ, ਨਾ ਕਿਸੇ ਨੂੰ ਕੋਈ ਗੱਲ ਕਹਿੰਦੇ ਆ ਤੇ ਨਾ ਕਿਸੇ ਦੀ ਸੁਣਦੇ ਆ। ਕਥਾ ਕੀਰਤਨ ਹੁੰਦਾ, ਸੰਗਤਾਂ ਆਉਂਦੀਆਂ ਨੇ, ਬਸ ਇਹ ਸ਼ਾਂਤੀ ਨਾਲ ਬੈਠੇ ਰਹਿੰਦੇ ਆ। ਸੋ ਮਮ ਸੁਤ ਦੋਨੋਂ ਬਹੁ ਫਿਰਕੈ, ਸੰਗਤ ਤੇ ਲੇਵੈ ਧਨ ਹਿਰਕੈ। ਉਧਰ ਬਾਬਾ ਪ੍ਰਿਥੀਆ ਤੇ ਬਾਬਾ ਮਹਾਦੇਵ ਦੋਵੇਂ ਹੀ ਸੰਗਤਾਂ ਵਿੱਚ ਵਿਚਰ ਕੇ ਮਾਇਆ ਇਕੱਠੀ ਕਰਕੇ ਲੈ ਆਉਂਦੇ ਆ। ਕੱਜ ਕੇ ਆਖੋ ਵਾਹਿਗੁਰੂ। ਜਿਹਨੂੰ ਮੈਂ ਅੱਜ ਦੀ ਭਾਸ਼ਾ ਵਿੱਚ ਇੰਜ ਕਹਿਣਾ ਵੀ ਉਹ ਗ੍ਰਾਹੀ ਕਰ ਲੈਂਦੇ, ਤੇ ਇਹ ਗ੍ਰਾਹੀ ਨਹੀਂ ਕਰਦੇ। ਇਹ ਨਹੀਂ ਤੁਰਦੇ ਗ੍ਰਾਹੀ ਵਾਸਤੇ, ਉਹ ਗ੍ਰਾਹੀ ਨੂੰ ਜਾਂਦੇ ਆ। ਨਿਜ ਨਰ ਪਠਹਿ ਸੰਗਤਾਂ ਘੇਰਹਿ। ਕੀ ਕਰਦੇ ਆ?
ਜਦੋਂ ਸੰਗਤ ਆਉਂਦੀ ਹੈ ਨਾ ਦਰਸ਼ਨਾਂ ਵਾਸਤੇ, ਉਹ ਪਹਿਲਾਂ ਹੀ ਆਪਣੇ ਬੰਦੇ ਰਾਹ 'ਚ ਖਿਲਾਰ ਦਿੰਦੇ ਆ ਵੀ ਗੁਰੂ ਉਹ ਉੱਧਰ ਬੈਠੇ ਆ, ਸੰਗਤਾਂ ਨੂੰ ਘੇਰ ਕੇ ਉੱਧਰ ਲੈ ਜਾਂਦੇ ਆ। ਕਰਹਿ ਜਤਨ ਅਬ ਆਵਤ ਹੀ ਰਹਿ, ਵੱਡੇ ਪੁੱਤਰ ਹਮ ਗੁਰ ਅਬ ਭਏ। ਤੇ ਕਰਹਿ ਜਤਨ ਜਬ ਆਵਤ ਹੈਰਾ, ਜਦੋਂ ਕਿਸੇ ਨੂੰ ਆਉਂਦਿਆਂ ਵੇਖਦੇ ਹਨ ਉਹ ਘੇਰ ਕੇ ਉੱਧਰ ਲੈ ਜਾਂਦੇ ਆ। ਅੱਗੋਂ ਬਾਬਾ ਪ੍ਰਿਥੀਆ ਗੱਦੀ ਲਾ ਕੇ ਬੈਠਾ ਹੁੰਦਾ, ਉਹ ਕਹਿੰਦਾ ਗੁਰੂ ਮੈਂ ਹਾਂ, ਮੈਂ ਵੱਡਾ ਜੀ, ਵੇਖੋ ਗੁਰੂ ਤੇ ਮੈਂ ਹੈਗਾ। ਹਾਂਜੀ, ਇਮ ਕਹਿ ਸਰਬ ਦਰਬ ਨਿਤ ਲਏ, ਤੇ ਉਹ ਸੰਗਤਾਂ ਦਾ ਮੱਥਾ ਆਪ ਟਿਕਾ ਲੈਂਦੇ ਆ। ਹਾਂਜੀ, ਪਹੁੰਚਨ ਦੇਤ ਨਹੀਂ ਢਿਗ ਅਰਜਨ, ਤੇ ਸੰਗਤਾਂ ਨੂੰ ਤੇ ਮਹਾਰਾਜ ਤੱਕ ਪਹੁੰਚਣ ਹੀ ਨਹੀਂ ਦਿੰਦੇ। ਹਾਂਜੀ, ਲੇਤ ਵਹਿਰ ਤੇ ਹਿਤ ਕਹਿ ਤਰਜਨ, ਤੇ ਬਸ ਤਰਜ ਕੇ ਵਰਜ ਕੇ ਬਾਰੋਂ ਬਾਰ ਹੀ ਲੈ ਲੈਂਦੇ ਸਾਰਾ ਚੜਾਵਾ। ਹਾਂਜੀ, ਸਦਨ ਰਹਿ ਬੈਠਿਓ ਹਰ ਭਜੈ। ਵਾਹ ਵਾਹ ਵਾਹ, ਗੱਜ ਕੇ ਆਖੋ ਵਾਹਿਗੁਰੂ। ਤੇ ਵੇਖ ਲਓ ਮਾਂ ਆ, ਮਾਂ ਸੱਚ ਦੱਸ ਸਕਦੀ ਹੈ, ਮਾਂ ਨਹੀਂ ਝੂਠ ਬੋਲਦੀ। ਹਾਂਜੀ, ਕੋਈ ਦੁਨਿਆਵੀ ਮਾਂ ਹੋਵੇ ਤਾਂ ਚਲੋ ਗੱਲ ਵੱਖਰੀ ਹੈ, ਮਾਂ ਬਿਲਕੁਲ ਸੱਚ ਦੱਸ ਰਹੀ ਹੈ। ਮੇਰਾ ਪੁੱਤਰ ਆਪਣੇ ਘਰ 'ਚ ਬੈਠਾ ਨਾਮ ਹੀ ਜਪੀ ਜਾਂਦਾ, ਕਹਿੰਦੇ ਧੰਨ ਗੁਰੂ ਅਰਜਨ ਸਾਹਿਬ। ਕਹੋ ਵਾਹਿਗੁਰੂ ਵਾਹਿਗੁਰੂ। ਕਹਿੰਦੇ ਮੇਰਾ ਪੁੱਤ ਤੇ ਘਰ ਬੈਠਾ ਨਾਮ ਹੀ ਜਪੀ ਜਾਂਦਾ ਸਾਰੀ ਦਿਹਾੜੀ। ਹਾਂਜੀ, ਕੋ ਇੱਕ ਸਿੱਖ ਆਨ ਕਰ ਜਜੈ, ਕੋਈ ਇੱਕ ਅੱਧਾ ਸਿੱਖ ਹੁੰਦਾ, ਉਹ ਆ ਕੇ ਮੱਥਾ ਟੇਕਦਾ, ਮਾਇਆ ਚੜਾ ਦਿੰਦਾ। ਕਿਉਂ ਹੂੰ ਦੇਤ ਨਾ ਦੋਨੋਂ ਭਾਈ, ਬਲ ਛਲ ਤੇ ਰੋਕੈ ਚੌਂਕਾਈ। ਉਧਰ ਦੋਵੇਂ ਭਰਾ ਇਕੱਠੇ ਹੋਏ ਨੇ, ਉਹ ਦੋਵੇਂ ਨੇ, ਇਹ ਇਕੱਲੇ ਨੇ। ਉਹ ਵਲ ਛਲ ਕਰਕੇ ਸੰਗਤ ਨੂੰ ਰੋਕ ਲੈਂਦੇ ਆ, ਰੋਕ ਲੈਂਦੇ ਆ। ਹਾਂਜੀ, ਆਪਣੇ ਸਮ ਭੀ ਨਹਿ ਇਸ ਜਾਣੈ, ਨਹੀਂ ਬਾਂਟ ਧਨ ਦੇ ਹਿਤ ਖਾਨੈ। ਕਮਾਲ ਦੀ ਗੱਲ ਇਹ ਹੈ, ਮਾਤਾ ਜੀ ਕਹਿਣ ਲੱਗੇ ਇਹ ਉਹਨਾਂ ਤੋਂ ਵੱਡੇ ਨੇ ਗੁਰੂ ਅਰਜਨ ਸਾਹਿਬ, ਪਰ ਉਹ ਇਹਨਾਂ ਨੂੰ ਆਪਣੇ ਬਰਾਬਰ ਵੀ ਨਹੀਂ ਜਾਣਦੇ। ਇਹ ਨਹੀਂ ਵੀ ਗੱਫਾ ਪਾਣੀ ਲੰਗਰ ਇੱਧਰ ਪਹੁੰਚਾ ਦੇਣ। ਹਾਂਜੀ, ਜਾਂ ਤੇ ਅਸਨ ਬਸਨ ਕੀ ਚਾਹੂ, ਰਹਿਤ ਸਦਾ ਹਮਰੇ ਘਰ ਮਾਹੂ। ਇਸ ਕਰਕੇ ਜਾਂ ਤੇ ਅਸਨ ਬਸਨ ਕੀ ਚਾਹੂ, ਕਹਿੰਦੇ ਮੈਂ ਤੇ ਜਦੋਂ ਵੇਖਿਆ ਖੁੱਲਾ ਵਰਤਦਾ ਵੇਖਿਆ, ਪਰ ਹੁਣ ਪ੍ਰਸ਼ਾਦੇ ਦੀ ਵਸਤੂਆਂ ਦੀ ਲੋੜ ਹੈਗੀ। ਇੱਥੇ ਕਹਿਣ ਲੱਗੇ ਲੋੜ ਹੈਗੀ ਹੈ, ਰਹਿਤ ਸਦਾ ਹਮਰੇ ਘਰ ਮਾਹੂ। ਤੁਝ ਤੇ ਪਿਆਰੋ ਹਮਰੋ ਕੌਣ, ਤੂੰ ਸਾਡਾ ਭਰਾ ਹੈ ਤਾਂ ਤੈਨੂੰ ਦੱਸ ਦਿੱਤਾ। ਕਹਿਣ ਲੱਗੇ ਬਹੁਤ ਦਿਨ ਤੇ ਚੱਲ ਆਇਓ ਭਾਉਨ, ਬੜੇ ਦਿਨਾਂ ਬਾਅਦ ਤੁਸੀਂ ਚੱਲ ਕੇ ਆਏ ਹੋ, ਬਾਕੀ ਵੱਡੇ ਇਸ ਤਰ੍ਹਾਂ ਕਰ ਰਹੇ ਹੈ। ਹਾਂਜੀ, ਘਰ ਮਹਿ ਹੋਏ ਤਾਂ ਬਨੈ ਆਹਾਰਾ, ਆਹੈ ਖਰਚ ਬਹੁ ਭਾਂਤ ਉਦਾਰਾ। ਹੁਣ ਘਰ 'ਚ ਕੁਝ ਛਕਣ ਨੂੰ ਹੋਵੇ ਤੇ ਬਣੇ। ਕਹਿਣ ਲੱਗੇ ਇਹਦੇ ਵਾਸਤੇ ਖਰਚੇ ਦੀ ਲੋੜ ਹੈਗੀ ਹੈ। ਹਾਂਜੀ, ਭਰਾਤਾ ਹਿਤੂ ਜਾਨ ਕਰ ਤੋਹੀ, ਬਾਤ ਸੁਨਾਏ ਕਹੀ ਜਿਮ ਹੋਹੀ। ਕਹਿਣ ਲੱਗੇ ਤੁਹਾਨੂੰ ਗੁਰੂ ਸਾਹਿਬ ਨੇ ਭੇਜਿਆ, ਮੈਂ ਤਾਂ ਦੱਸਿਆ, ਨਹੀਂ ਤੇ ਮੈਨੂੰ ਬੋਲਣ ਦਾ ਹੁਕਮ ਨਹੀਂ ਹੈਗਾ। ਹੁਣ ਬੜੇ ਧਿਆਨ ਨਾਲ ਸੁਣਿਓ। ਇੱਕ ਦਿਨ ਤੇ ਮਾਤਾ ਗੰਗਾ ਜੀ ਦੀ ਵੀ ਭੁੱਬ ਨਿਕਲ ਗਈ ਸੀਗੀ ਜੀ, ਇਹੋ ਜਿਹਾ ਸਮਾਂ ਬਣਿਆ ਸੀਗਾ ਵੀ ਐਡੇ ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ, ਗੁਰੂਆਂ ਦੇ ਗੁਰੂ, ਉਹਨਾਂ ਦੀ ਗੱਦੀ ਤੇ ਬੈਠੇ ਤੇ ਇਹ ਇੰਨਾ ਛਲ ਕਪਟ ਧੋਖਾ ਕਰ ਰਹੇ। ਪਰ ਗੁਰੂ ਅਰਜਨ ਦੇਵ ਜੀ ਦੀ ਅਵਸਥਾ ਜਿਹੜੀ ਹੈ ਨਾ, ਉਹ ਕੋਈ ਬੰਦਾ ਸੁਣ ਸੁਣਾ ਕੇ ਧਾਰਨ ਨਹੀਂ ਕਰ ਸਕਦਾ ਜੀ। ਗੁਰੂ ਅਰਜਨ ਸਾਹਿਬ ਕਹਿੰਦੇ ਰੂਖੋ ਭੋਜਨ, ਰੁੱਖੀ ਰੋਟੀ ਖਾਣ ਨੂੰ ਮਿਲ ਰਹੀ ਹੈ। ਭੂਮ ਸੈਨ, ਧਰਤੀ ਤੇ ਸੌਣਾ ਮਿਲ ਰਿਹਾ। ਰੂਖੋ ਭੋਜਨ ਭੂਮ ਸੈਨ, ਸਖੀ ਪ੍ਰਿਓ ਸੰਗ ਸੁਖ ਬਿਹਾਤ। ਜੇ ਰੱਬ ਦੀ ਯਾਦ ਹਿਰਦੇ ਵਿੱਚ ਹੈਗੀ, ਕਹਿੰਦੇ ਮੈਂ ਸੁਖੀ ਹੈਗਾ। ਕਹਿਣ ਲੱਗੇ ਮੈਂ ਸੁਖੀ ਹੈਗਾ। ਚੇਤਾ ਰੱਖਿਓ, ਜਿਨੇ ਨਾਮ ਜਪ ਲਿਆ ਉਹਨੇ ਸਾਰੇ ਧਨ ਇਕੱਠੇ ਕਰ ਲਏ ਜੀ। ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ।
ਜਿਹਨੇ ਨਾਮ ਜਪ ਲਿਆ ਉਹਨੇ ਸਾਰੇ ਧਨ ਇਕੱਠੇ ਕਰ ਲਏ। ਜਿਹਨੇ ਨਾਮ ਨਹੀਂ ਜਪਿਆ, ਬਾਹਰ ਭਾਵੇਂ ਬੰਦੇ ਖਿਲਾਰ ਖਿਲਾਰ ਕੇ ਪ੍ਰਚਾਰ ਕਰਨ, ਕੱਖ ਫਾਇਦਾ ਨਹੀਂ ਹੈਗਾ ਜੀ। ਬਾਬੇ ਪ੍ਰਿਥੀਏ ਦੀ ਯਾਦਗਾਰ ਹੈਗੀ ਜੀ ਕਿਤੇ ਜੀ? ਇੰਡੀਆ 'ਚ ਨਹੀਂ ਹੈਗੀ ਕਿਤੇ ਵੀ। ਉਹ ਪਾਕਿਸਤਾਨ 'ਚ ਵੱਖਰਾ ਇਹਨੇ ਗੁਰਦੁਆਰਾ ਬਣਾਇਆ, ਅੱਜ ਵੀ ਉੱਥੇ ਸ਼ਾਇਦ ਹੋਵੇ ਥੋੜ੍ਹਾ ਬਹੁਤਾ, ਅਬਲ ਨਹੀਂ ਹੋਣਾ ਜੀ। ਇੱਥੇ ਦਰਬਾਰ ਸਾਹਿਬ ਦੇ ਲਾਗੇ ਰਹਿੰਦੇ ਰਹੇ, ਕਿਤੇ ਬਾਬੇ ਪ੍ਰਿਥੀਏ ਦੀ ਯਾਦਗਾਰ ਵਿਖਾ ਦਿਓ, ਨਹੀਂ ਲੱਭੇਗੀ। ਜਿਨ੍ਹਾਂ ਗੁਰੂ ਦਾ ਹੁਕਮ ਮੰਨਿਆ ਬਾਬਾ ਅਟਲ ਰਾਏ, ਉਹਨਾਂ ਦੀ ਯਾਦਗਾਰ ਲੱਭ ਜਾਂਦੀ ਤੇ ਪਰ ਗੁਰੂ ਦੇ ਪੁੱਤਰ ਦੀ ਨਹੀਂ ਲੱਭਦੀ। ਕਿਉਂ? ਛਲ ਕਪਟ ਕੀਤਾ। ਤੇ ਗੁਰੂ ਅਰਜਨ ਦੇਵ ਜੀ ਦੇ ਨਾਮ ਦੇ ਡੰਕੇ ਵੱਜਦੇ ਜੀ, ਦਿਨ ਰਾਤ ਵੱਜਦੇ ਜੀ। ਹਜ਼ਾਰਾਂ ਸੰਗਤਾਂ ਧੰਨ ਧੰਨ ਮਹਾਰਾਜ ਨੂੰ ਕਹਿੰਦੀਆਂ ਨੇ। ਕਿਉਂ? ਗੁਰੂ ਅਰਜਨ ਦੇਵ ਮਹਾਰਾਜ ਨੇ ਜਪਿਆ ਵਾਹਿਗੁਰੂ ਦਾ ਨਾਮ ਜੀ। ਮਾਤਾ ਜੀ ਖੁਦ ਕਹਿੰਦੇ ਤੂੰ ਸਾਰੀ ਦਿਹਾੜੀ ਬੈਠੇ ਨਾਮ ਹੀ ਜਪੀ ਜਾਂਦੇ। ਘਰ 'ਚ ਗਰੀਬੀ ਹੈ, ਚੇਤਾ ਰੱਖਿਓ, ਥੋੜਾ ਵੀ ਪਰਮੇਸ਼ਰ ਦਾ ਭਜਨ ਕਰਨ ਲੱਗ ਪਓ, ਗਰੀਬੀ ਉੱਡ ਜਾਂਦੀ। ਮਹਾਰਾਜ ਤੇ ਆਪ ਰੱਬ ਨੇ, ਆਪ ਹੀ ਤੇ ਪਰਮੇਸ਼ਰ ਨੇ, ਪਰ ਸਾਨੂੰ ਪੂਰਨਾ ਹੀ ਪਾਇਆ ਸੱਚੇ ਪਾਤਸ਼ਾਹ ਜੀ ਨੇ। ਸਿੱਖਿਆ ਦਿੱਤੀ। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਅੱਗੋਂ ਭਾਈ ਗੁਰਦਾਸ ਜੀ ਸੁਣ ਕੇ ਕੀ ਕਰਦੇ ਆ? ਭਾਈ ਸਾਹਿਬ ਨੇ ਹੱਥ ਤੇ ਹੱਥ ਰੱਖ ਕੇ ਥੋੜੀ ਬਹਿ ਜਾਣਾ ਜੀ। ਗੁਰੂ ਅਰਜਨ ਸਾਹਿਬ ਗੁਰੂਆਂ ਵਾਲਾ ਕੰਮ ਕਰ ਰਹੇ ਆ, ਸਿੱਖਾਂ ਵਾਲਾ ਕੰਮ ਭਾਈ ਗੁਰਦਾਸ ਜੀ ਕਰਨਗੇ ਜੀ। ਉਹ ਆਪਾਂ ਅਗਲੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੇ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਚੌਂਕੜਾ ਮਾਰੋ। ਆਪਾਂ ਵੀ 2 ਮਿੰਟ ਰਹਿ ਗਏ ਆ, ਨਾਮ ਜਪ ਲਈਏ ਸਾਰੇ। ਹਾਂਜੀ, ਸਾਵਧਾਨ ਹੋਵੋ, ਪ੍ਰੇਮ ਨਾਲ ਸਾਵਧਾਨ ਹੋਵੋ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਆ ਗੁਰਮੰਤਰ ਦਾ ਜਾਪ ਕਰੀਏ। ਪਿਆਰ ਨਾਲ ਸਾਰੀ ਸੰਗਤ ਨੇਤਰ ਬੰਦ ਕਰਕੇ ਆਖੋ ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮਹਾਰਾਜ ਨਾਮ ਹੀ ਜਪਦੇ ਜੀ। ਹਾਂਜੀ, ਮਹਾਰਾਜ ਇਸੇ ਕਰਕੇ ਕਹਿੰਦੇ ਭਾਵੇਂ ਰੁੱਖੀ ਰੋਟੀ ਹੋਵੇ ਪਰ ਜੇ ਰੱਬ ਨਾਲ ਹੈਗਾ ਤਾਂ ਕਹਿੰਦੇ ਸਭ ਆਨੰਦ ਹੀ ਹੈਗਾ ਜੀ। ਵਧੀਆ ਰੋਟੀਆਂ ਖਾ ਕੇ ਵੀ, ਪ੍ਰਸ਼ਾਦੇ ਛਕ ਕੇ ਵੀ ਰੱਬ ਨਾਲ ਨਹੀਂ ਹੈਗਾ, ਬੰਦੇ ਦੁਖੀ ਤੁਰੇ ਫਿਰਦੇ ਜੀ ਧਰਤੀ ਤੇ ਜੀ। ਦੁਖੀ ਪੁੱਛ ਕੇ ਵੇਖ ਲੋ, ਬਸ ਰੋਣ ਹੀ ਲੱਗ ਪੈਂਦੇ ਜੀ। ਤੇ ਜਿਨ੍ਹਾਂ ਕੋਲ ਵਾਹਿਗੁਰੂ ਹੈ ਉਹ ਰੁੱਖੀਆਂ ਰੋਟੀਆਂ 'ਚ ਵੀ ਆਨੰਦਿਤ ਹੈਗੇ ਜੀ। ਹਾਂਜੀ, ਗੱਲ ਤੇ ਵਾਹਿਗੁਰੂ ਦੀ ਹੈ, ਨਾਮ ਦੀ ਹੈਗੀ ਹੈ ਜੀ। ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ ਸਾਡੇ ਸਾਰਿਆਂ ਤੇ। ਅਰਦਾਸ ਕਰਿਆ ਕਰੋ, ਮੇਰੀ ਵੀ ਤੇ ਆਪਣੀ ਵੀ। ਮਹਾਰਾਜ ਸਾਨੂੰ ਸਾਰਿਆਂ ਨੂੰ ਹੀ ਨਾਮ ਦੀ ਦਾਤ ਦੇਣ। ਵੱਧ ਤੋਂ ਵੱਧ ਭਜਨ ਕਰੀਏ, ਸਿਮਰਨ ਕਰੀਏ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਓ। ਗੱਜ ਕੇ ਸਾਰੀ ਸੰਗਤ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ।